ਹਾਜ਼ਰ ਹੈ ਜੱਜ ਦਾ ਵਿਚਾਰ। वो तो ऐसा है वो तो वैसा है, वो तो ऐसा है वो तो वैसा है, मगर वो ये क्यों भूल जाता है कि वो कैसा है। ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੀਆਂ ਇਹ ਆਦਤਾਂ ਕਿ ਉਹ ਕਿਵੇਂ ਆ ਉਹਨੂੰ ਇਉਂ ਨਹੀਂ ਕਰਨਾ ਚਾਹੀਦਾ, ਉਹਨੂੰ ਇਉਂ ਨਹੀਂ ਕਰਨਾ ਚਾਹੀਦਾ, ਪਰ ਉਹ ਆਪ ਕਿਵੇਂ ਆ ਇਹਦੇ ਬਾਰੇ ਜ਼ਰੂਰ ਉਹਨੂੰ ਇਲਮ ਹੋਣਾ ਚਾਹੀਦਾ, ਉਹਨੂੰ ਗਿਆਨ ਹੋਣਾ ਚਾਹੀਦਾ। ਤੇ ਹਰ ਰੋਜ਼ ਦੀ ਤਰ੍ਹਾਂ ਹੀ ਚੱਜ ਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹਾਂ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਚੱਜ ਦਾ ਵਿਚਾਰ ਅੱਜ ਪੈਂਦੀ ਸੱਟੇ ਹੀ ਆਪਾਂ ਸਾਂਝਾ ਕਰਤਾ। यही दास का चज का विचार सी अज कि वो तो ऐसा है तो वो तो वैसा है, वो ये क्यों नहीं सोचता कि वो कैसा है। हरमन जी का करदे स्वागत ते फिर करांगे अगलियां गल्लां। सत श्री अकाल जी। सत श्री अकाल टाणा साहब, की हाल चाल? बहुत वधिया, चढ़दी कला। की होया अज तां आउंदे ही ठा 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 हिंदी सुना दी। बस मन कीता मैं क्या भी पैंदी सट्टे आपां चज दा विचार साझा कर लईए ते अज थोड़ी जी वखरी गल कर दईए। बिल्कुल सही। आपां थोड़े क चिर बाद करदे हुन्ने शुरुआत करन तो बाद। मैं क्या अज ठा 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 नहीं, बहुत अच्छा लग गया थोड़ा चाहता विचार, बहुत कमाल सी वाकई। ये तुसीं सही कहा कि बहुत सारे लोगों दी समस्या हुंदी है कि उन्हां नूं ये तां पता हुंदा भी कौन किवें है ते कौन किवें दा है, कौन किवें दी है, किहनूं की नहीं करना चाहिए, किहनूं की जरूर करना चाहिए, किहने की माड़ा कीता, किहने की चंगा कीता, पर वो आप कित्थे क खड़ा है, आप कित्थे क खड़ी है, अपने बाबत किन्नी क जानकारी है, इहदे बारे बहुत घट लोकां नूं बिल्कुल सही। सो खैर होर सुनाओ, तुसीं ठीक ठाक हो? मैं बिल्कुल चढ़दी कला दे विच। मौसम दी हाल बयान कर। मौसम पंजाब दा ठीक है। ਪੰਜਾਬ ਦੇ ਵਿੱਚ ਗਰਮੀ ਹੈ ਜਿਹੜਾ ਕਿ ਉਹ ਲਗਾਤਾਰ ਵਧ ਰਹੀ ਹੈ। ਪੰਜਾਬ ਦੇ ਵਿੱਚ ਮੀਂਹ ਪੈ ਜਾਂਦਾ ਪਰ ਨਹੀਂ ਪੈਂਦਾ, ਕਿਉਂਕਿ ਮੀਂਹ ਕਈ ਥਾਵਾਂ ਤੇ ਪੈਂਦਾ ਪਰ ਉਸ ਦੇ ਬਾਵਜੂਦ ਮੌਸਮ 'ਚ ਕੋਈ ਤਬਦੀਲੀ ਨਹੀਂ ਆਉਂਦੀ। ਮੌਸਮ ਵਿਭਾਗ ਕਹਿੰਦਾ ਵੀ 12 ਤਰੀਕ ਤੱਕ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਕਣੀਆਂ ਪੈਣੀਆਂ, ਪਰ ਬਹੁਤੀਆਂ ਨਹੀਂ, ਤੇ ਗਰਮੀ ਇਵੇਂ ਹੀ ਰਹਿਣੀ ਆ, ठंडक नहीं जी। मैं तो किते पढ़ रही सी, कहंदे कि मौसम विज्ञानी कहंदे ने कि जुलाई बहुत गर्म रहा इस बार, बहुत ज्यादा गर्मी पई है। नहीं, गर्मी दे नाल मींह बहुत पए आ। गर्मी तो जिहड़ी पई आ ਉਹ ਪਈ ਆ, मैं ਮੰਨਦਾ नहीं कि बहुत ही पई है, क्योंकि 45 46 47 तक इतकी तापमान नहीं पहुंचा। पर टैना साहब पड़ास वाली गर्मी, हुमस वाली गर्मी जिहड़ी आ वो बहुत ज्यादा पई है। बिल्कुल सही है ना। ते बाकी वधिया हुण होर चाहीदा विचार नहीं सुनाउणा ਤੁਸੀਂ ਆਪਣੇ ਵਾਲਾ मेरे वाला सुनना, फिर ध्यान नाल सुणिओ। बहुत छोटा जिहा चाहीदा विचार है पर हर एक दे काम आउण वाली गल है। कहंदे गलतियां बेशक माफ कर दिओ। हाँ, गलतियां बेशक माफ कर दिओ पर चलाकियां नहीं। हाँ, बहुत खूब। गलती ते चलाकी दे विच ਜ਼ਮੀਨ ਅਸਮਾਨ ਦਾ ਅੰਤਰ ਹੈ जी। ਜਿਵੇਂ ਗਲਤੀ ਤੇ ਗੁਨਾਹ ਦੇ ਵਿੱਚ ਬਹੁਤ ਵੱਡਾ ਅੰਤਰ ਆ, ਉਵੇਂ ਗਲਤੀ ਤੇ ਚਲਾਕੀ ਦੇ ਵਿੱਚ ਵੀ ਫਰਕ ਆ। ਕਿਉਂਕਿ ਗਲਤੀ ਅਚਾਨਕ ਵੀ ਹੋ ਸਕਦੀ ਹੈ, ਤੁਹਾਨੂੰ ਪਤਾ ਨਹੀਂ, ਤੁਸੀਂ ਕਰਨੀ ਨਹੀਂ ਚਾਹੁੰਦੇ, ਪਰ ਕੰਮ ਕਰਦੇ ਕਰਦੇ ਕੁਝ ਨਾ ਕੁਝ ਗਲਤ ਹੋ ਗਿਆ, ਗਲਤੀ ਹੋ ਗਈ। ਚਲਾਕੀ ਸੋਚ ਸਮਝ ਕੇ ਕੀਤੀ ਜਾਂਦੀ ਹੈ, ਕਿਸੇ ਦਾ ਪੈਰ ਮਿੱਧਣ ਲਈ ਕੀਤੀ ਜਾਂਦੀ ਹੈ। ਚਲਾਕੀ ਤੁਸੀਂ ਕੁਝ ਖੁਦ ਖੱਟਣ ਲਈ ਕਰਦੇ ਹੋ, ਕਈ ਵਾਰ ਤੁਸੀਂ ਕਿਸੇ ਨੂੰ ਨੀਵਾਂ ਦਿਖਾਉਣ ਲਈ ਚਲਾਕੀ ਕਰਦੇ ਹੋ। ਚਲਾਕੀ ਦੀਆਂ ਵੱਖੋ ਵੱਖਰੀਆਂ ਕਿਸਮਾਂ। ਸੋ ਗਲਤੀ ਤੇ ਚਲਾਕੀ ਨੂੰ ਕਦੇ ਵੀ ਰਲੇਵਾਂ ਨਾ ਕਰੋ, ਮਿਕਸ ਨਾ ਕਰੋ ਆਪਸ ਦੇ ਵਿੱਚ। ਚਲਾਕੀ ਵੱਖਰੀ ਗੱਲ, ਗਲਤੀ ਵੱਖਰੀ ਗੱਲ। ਜੀ, ਦੋਵਾਂ ਚ ਗਲਤੀ ਦੇ ਵਿੱਚ ਗੱਗੇ ਪੈਰ ਬਿੰਦੀ ਜ਼ਰੂਰ ਪੈਣੀ, ਚੁੱਪ ਕਰੋ। ਗਲਤੀ ਦੇ ਵਿੱਚ ਗੱਗੇ ਪੈਰ ਬਿੰਦੀ ਜ਼ਰੂਰ ਪੈਂਦੀ ਆ, ਇਹ ਗਲਤੀ ਹੁੰਦਾ। ਗਲਤੀ ਹੀ ਹਾਂ ਜਾਂਦਾ, ਮੈਨੂੰ ਲੱਗਦਾ ਬਾਂਹ ਠੀਕ ਹੋ ਗਈ ਹੈ। ਹਾਂ, ਨਹੀਂ ਠੀਕ ਆ, ਤਾਂ ਹੀ ਹੋਈ ਬੜਕ ਜੀ ਜਿਹੜੀ ਉਹ ਆ ਗਈ ਹੈ ਵਾਪਸ। ਕਿਵੇਂ ਕਹਿੰਦੇ ਹੁੰਨੇ, ਚੁੱਪ ਕਰੋ ਚੁੱਪ ਕਰੋ। ਚਲੋ ਬਾਹੂ ਠੀਕ ਹੈ, ਬਾਹ ਠੀਕ ਆ, ਪਰ ਥੋੜੀ ਥੋੜੀ ਪੀੜ ਨਿਕਲਦੀ ਵਿੱਚੋਂ। ਉਹ ਤਾਂ ਹਲੇ ਹੋਊਗੀ, ਉਹ ਨਾ ਹੁਣ ਠੀਕ ਹੋ ਜਾਣਾ। ਕਈ ਭੈਣਾਂ ਵੀਰਾਂ ਨੇ ਪੁੱਛਿਆ ਵੀ ਭਾਈ ਕੀ ਗੱਲ ਬਣ ਗਈ। ਅਸਲ ਦੇ ਵਿੱਚ ਇੱਥੇ ਮੇਰੇ ਗੰਢ ਜੀ ਸੀਗੀ ਪਿਛਲੇ ਕਾਫੀ ਲੰਮੇ ਸਮੇਂ ਤੋਂ, ਤੇ ਉਹ ਹੁਣ ਮੈਨੂੰ ਤੰਗ ਬਹੁਤ ਕਰਦੀ ਸੀ, ਉਹਦੇ ਵਿੱਚੋਂ ਪੀੜ ਬਹੁਤ ਨਿਕਲਦੀ ਸੀ, ਟਸ 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 ਹੁੰਦੀ ਸੀ, ਤੇ ਉਹ ਫਿਰ ਵਿੱਚੋਂ ਕਢਵਾਈ ਆ ਤੇ ਟੰਕੇ ਜੇ ਲੱਗੇ ਆ, ਹੱਥ ਜਾ ਮਾੜਾ ਜਿਹਾ ਸੁੱਜਿਆ, ਪਰ ਬਸ ਠੀਕ ਆ। ਕੱਲ ਤੋਂ ਆਦਾ ਮੋਟਰਸਾਈਕਲ ਆਪ ਚਲਾਵਾਂਗੇ। ਆ ਹੁਣ ਗੱਲ ਬਣ ਜਾਣੀ ਆ, ਬਣ ਜਾਣੀ ਹੈ। ਹਾਂ, ਨਹੀਂ ਪਰ ਹਾਲੇ ਨਹੀਂ ਬਣਾਉਣੀ ਟਾਣਾ ਸਾਹਿਬ। ਬਣੂਗੀ ਬਣੂਗੀ, ਚਲੋ ਵੇਖਦੇ ਆ, ਬਣਾਵਾਂਗੇ ਬਣਾਵਾਂਗੇ। ਹਾਂ, ਗੱਲ ਬਣ ਜਾਣੀ ਹੈ। ਅਸਲ ਦੇ ਵਿੱਚ ਇੱਥੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਕਿ ਜੇਕਰ ਤੁਸੀਂ ਠਾਣ ਲਓ, ਜੇਕਰ ਤੁਸੀਂ ਆਪਣੇ ਅੰਦਰ ਇਹ ਧਾਰ ਲਵੋ, ਇਹ ਨਿਸ਼ਚਾ ਕਰ ਲਵੋ ਕਿ ਇਹ ਕਰਨਾ, ਤਾਂ ਫਿਰ ਉਹ ਹੁੰਦਾ ਹੀ ਹੈ। ਹਾਂ, ਵੈਸੇ ਕਰਨਾ ਹੀ ਚਾਹੀਦਾ। ਦੇਖੋ, ਆਪਦੇ ਕੰਮ ਆਪ ਨਹੀਂ ਕਰਾਂਗੇ ਤਾਂ ਹੋਰ ਕੌਣ ਕਰੂਗਾ, ਤੇ ਕੋਈ ਹੋਰ ਆ ਕੇ ਕਿਉਂ ਕਰੇ। ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਅਸੀਂ ਕਿਸੇ ਦੇ ਕੰਮ ਕਰ ਸਕਦੇ ਹਾਂ, ਤੇ ਜੇਕਰ ਅਸੀਂ ਨਹੀਂ ਕਿਸੇ ਦੇ ਕਰ ਸਕਦੇ, ਕੋਈ ਸਾਡੇ ਕੰਮ ਕਿਉਂ ਕਰੇ। ਬਿਲਕੁਲ ਸਹੀ। ਇਸ ਕਰਕੇ ਆਪਦਾ ਕੰਮ ਆਪੇ ਹੀ ਕਰੋ, ਆਪਣਾ ਮਸਲਾ ਆਪੇ ਹੀ ਹੱਲ ਕਰੋ। ਸਹੀ। ਆਪ ਨੂੰ ਭੁੱਖ ਲੱਗੀ, ਆਪੇ ਰੋਟੀ ਖਾਣੇ ਆ, ਤੇ ਰੋਟੀ ਖਾਣ ਲਈ ਆਪੇ ਕੰਮ ਕਰਾਂਗੇ। ਐ ਨਹੀਂ ਵੀ ਐ ਕਰਨੀ, ਹੋਰ ਮੜੇ ਮੇਰੇ ਕੋਲ ਐ ਕਰਨੀ, ਕਦੋਂ ਕਰੇ ਕੋਈ। ਬਿਲਕੁਲ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਬਈ ਬਹੁਤ ਰੌਲਾ ਪਿਆ। ਰੌਲਾ ਤਾਂ ਚਾਰੇ ਪਾਸੇ ਪੈਂਦਾ, ਕਿੱਥੇ ਨਹੀਂ ਰੌਲਾ ਪੈਂਦਾ। ਨਹੀਂ ਟਾਣਾ ਸਾਹਿਬ, ਸੰਸਦ 'ਚ ਬਹੁਤ ਜ਼ਿਆਦਾ ਰੌਲਾ ਪਿਆ। ਨਹੀਂ, ਸੰਸਦ ਦੇ ਵਿੱਚ ਤਾਂ ਪੈਂਦਾ ਹੀ ਪੈਂਦਾ, ਉਦਾਂ ਹਰ ਥਾਂ ਤੇ ਹੀ ਰੌਲਾ ਪੈਂਦਾ। ਤੁਸੀਂ ਬੱਸ ਅੱਡੇ ਚਲੇ ਜਾਓ,
ਉੱਥੇ ਕੀ ਕੁਛ ਨਹੀਂ ਹੁੰਦਾ। ਮੈਂ ਨਾ ਵੀ ਚੜਚੋਲੜ ਪਿਆ ਪੈਂਦਾ। ਬਿਲਕੁਲ। ਬਾਜ਼ਾਰ ਚਲੇ ਜਾਓ, ਚੜਚੋਲੜ ਪਿਆ ਪੈਂਦਾ। ਮੈਂ ਤਾਂ ਇੱਕ ਦਿਨ ਰੈਣਕ ਬਾਜ਼ਾਰ ਵੱਲ ਚਲਾ ਗਿਆ ਤੇ ਸੜਕ ਦੇ ਵਿਚਾਲੇ ਆ ਕੇ ਕਹਿੰਦੇ 100 ਦੇ 2 ਪਜਾਮੇ, 100 ਦੇ 2 ਪਜਾਮੇ, 100 ਦੇ 2 ਪਜਾਮੇ। ਉਹ ਮੈਂ ਆਖਿਆ ਭਰਾਵਾ ਕਿਉਂ ਤੂੰ ਐਵੇਂ ਡੇਲਾ ਕੱਢਿਆ ਕਿਸੇ ਦਾ ਐਂ ਕਰਕੇ, ਤੇ ਉਹਨੂੰ 200 ਦੀ ਦਵਾਈ ਲੈਣੀ ਪੈ ਜਾਣੀ ਹੈ। ਮਤਲਬ ਰੌਲਾ ਹੀ ਰੌਲਾ, ਚਾਰੇ ਪਾਸੇ ਰੌਲਾ ਹੀ ਰੌਲਾ। ਸਹੀ ਗੱਲ ਹੈ, ਵੈਸੇ ਬਹੁਤ ਜ਼ਿਆਦਾ ਰੌਲਾ ਹੈ ਟਾਣਾ ਸਾਹਿਬ। ਤੁਸੀਂ ਘਰੋਂ ਸ਼ੁਰੂ ਹੋ ਜਾਓ, ਹਨਾ ਵੀ ਜੇ ਤੁਹਾਡੇ ਘਰ 'ਚ ਰੌਲਾ ਨਹੀਂ ਪੈ ਰਿਹਾ ਤੇ ਆਂਢ ਗੁਆਂਢ 'ਚ ਕਿਤੇ ਪੈ ਰਿਹਾ ਹੋਊਗਾ, ਆਂਢ ਗੁਆਂਢ 'ਚ ਰੌਲਾ ਨਹੀਂ ਪੈ ਰਿਹਾ ਤਾਂ ਸੜਕ ਤੇ ਪੈ ਰਿਹਾ ਹੋਊਗਾ। ਉੱਥੋਂ ਤੁਸੀਂ ਅੱਗੇ ਸੜਕ ਤੇ ਆਉਂਦੇ ਹੋ ਤਾਂ ਪਾਂ ਪਾਂ ਪੀ ਪੀ ਪੂ ਪੂ ਹੋ ਹੀ ਜਾਂਦੀ ਹੈ। ਉਸ ਵਾਰ ਅੱਗੇ ਜਿੱਥੇ ਜਾਂਦੇ ਹੋ ਤੁਸੀਂ ਕੰਮ ਦੇ ਲਈ, ਹਨਾ ਕਿਸੇ ਦਫ਼ਤਰ 'ਚ ਚਲ ਗਏ, ਕਿਸੇ ਬੈਂਕ 'ਚ ਚਲ ਗਏ, ਕਿਤੇ ਚਲ ਗਏ, ਉੱਥੇ ਗਾਂ ਚੜਚੋਲੜ ਪਿਆ ਹੋਇਆ ਪੂਰੀ ਤਰ੍ਹਾਂ ਦੇ ਨਾਲ, ਉੱਥੇ ਰੌਲਾ ਪੈ ਰਿਹਾ, ਹਨਾ ਮਤਲਬ ਕਿਤੇ ਸ਼ਾਂਤੀ ਹੈ ਹੀ ਨਹੀਂ। ਮੇਰਾ ਇੱਕ ਦੋਸਤ ਇੱਕ ਦਿਨ ਮੇਰੇ ਕੋਲੇ ਆਇਆ, ਮੈਨੂੰ ਕਹਿੰਦਾ ਯਾਰ ਆ ਜਿਹੜਾ ਇਲਾਕਾ ਬੜਾ ਡਿਵੈਲਪ ਹੋ ਗਿਆ, ਬੜਾ ਵਿਕਸਿਤ ਹੋ ਗਿਆ। ਮੈਂ ਕਿਹਾ ਡਿਵੈਲਪ ਨਹੀਂ, ਇਹ ਬੇਤਰਤੀਬਾ ਹੋ ਗਿਆ। ਉਹ ਕਿਵੇਂ? ਬੇਤਰਤੀਬੇ ਤੋਂ ਭਾਵ ਇਹ ਆ ਵੀ ਕੋਈ ਤਾਂ ਨੂੰ ਇਮਾਰਤ ਲੈ ਗਿਆ, ਕੋਈ ਠਾਂ ਨੂੰ ਹੀ ਰਹਿ ਗਈ। ਹਾਂ, ਕੋਈ ਸੜਕ ਇੱਧਰ ਨੂੰ ਲੈ ਗਿਆ, ਕੋਈ ਇੱਧਰ ਨੂੰ ਲੈ ਗਿਆ। ਕਿਸੇ ਨੇ ਡਿਵਾਈਡਰ ਜਿਹੜਾ ਉਹ ਵਿਚਾਲੇ ਨੂੰ ਤੋੜ ਲਿਆ, ਕਿਸੇ ਨੇ ਗੱਡੀ ਸੜਕ ਦੇ ਵਿਚਾਲੇ ਖੜੀ ਕਰਤੀ, ਕਿਸੇ ਨੇ ਕੂੜੇ ਦਾ ਢੇਰ ਸੜਕ ਦੇ ਉੱਤੇ ਲਾਤਾ, ਕਿਤੇ ਗਾਂ ਆ ਗਈ, ਕਿਤੇ ਕੁੱਤਾ ਆ ਗਿਆ, ਕਿਤੇ ਟਰਾਲੀ ਆ ਗਈ, ਕਿਤੇ ਸੜਕ ਦੇ ਵਿਚਾਲੇ ਧਰਨਾ ਆ ਗਿਆ। ਮੈਂ ਕਿਹਾ ਇਹ ਬੇਤਰਤੀਬਾ ਹੋ ਗਿਆ। ਪਾਰਕਿੰਗ ਵਾਸਤੇ ਤਾਂ ਥਾਂ ਹੀ ਹੈ ਨਹੀਂ। ਜਿੰਨੀ ਸੜਕ ਆ ਉਹਦਾ ਅੱਧਾ ਹਿੱਸਾ ਤਾਂ ਆਪਾਂ ਆਪਣੀਆਂ ਗੱਡੀਆਂ ਨਾਲ ਰੋਕਿਆ। ਸਹੀ। ਇਹ ਸ਼ਹਿਰ ਬੇਤਰਤੀਬਾ ਹੋ ਗਿਆ। ਵਿਕਸਿਤ ਹੋਣ ਤੇ ਬੇਤਰਤੀਬਾ ਹੋਣ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਸਹੀ। ਇਹਨੂੰ ਵੀ ਸਮਝ ਗਏ। ਹਾਂ ਬਿਲਕੁਲ, ਇਹਨੂੰ ਵੀ ਸਮਝੇ। ਪਰ ਮੈਂ ਜਿਹੜੇ ਰੌਲੇ ਦੀ ਗੱਲ ਕਰ ਰਹੀ ਹਾਂ ਉਹ ਰੌਲਾ ਕੁਝ ਹੋਰ ਹੈ ਟਾਣਾ ਸਾਹਿਬ। ਕਹਿੰਦੇ ਕਿ ਰਾਹੁਲ ਗਾਂਧੀ ਹੋਰਾਂ ਨੇ ਕੋਈ ਮਤਲਬ ਹਰਕਤ ਕੀਤੀ ਹੈ ਭੈੜੀ। ਹਾਂ, ਕੋਈ ਐਸੀ ਹਰਕਤ ਕੀਤੀ ਦੇਖੋ ਉਹ ਮੈਂ ਬੜੀ ਭੈੜੀ ਹਰਕਤ ਮੰਨਿਆ ਨਹੀਂਗਾ, ਕਿਉਂਕਿ ਦੇਖੋ ਮੈਂ ਤਾਂ ਵੇਖਣਾ ਹੁੰਨਾ ਵੀ ਭਾਈ ਮੰਨ ਲਓ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਫਿਲਮਾਂ ਵਾਲੇ ਪ੍ਰਚਾਰ ਕਰਨ ਲਈ ਜਾਂਦੇ ਆ। ਹੁਣ ਕੱਲੇ ਕੱਲੇ ਨੂੰ ਤਾਂ ਜਾ ਕੇ ਹੱਥ ਮਿਲਾ ਨਹੀਂ ਸਕਦੇ ਵੀ ਨਿਤੇਸ਼ ਕਿਵੇਂ ਆ, ਰਾਹੁਲ ਕਿਵੇਂ ਆ, ਸ਼ਰਮੀਲੀ ਠੀਕ ਆ, ਸ਼ਰਮੀਲੀ ਪ੍ਰੀਤੀ ਠੀਕ ਆ, ਪੂਜਾ ਕਿਵੇਂ ਆ, ਸੁਖਵਿੰਦਰ ਸਿੰਘ ਕਿਵੇਂ ਆ। ਮੈਨੂੰ ਲੱਗਿਆ ਸੀ ਅੱਗੇ ਕਹੂੰਗੇ ਪੂਜਾ ਕਿਵੇਂ ਆ, ਕੀ ਕਰਦੀ ਸੀ। ਹਾਂ, ਫਿਰ ਉਹ ਦੂਰੋਂ ਐਂ ਜੇ ਕਰਦੇ ਹੁੰਦੇ ਆ, ਐਂ ਜੇ ਕਰਕੇ, ਐਂ ਜੇ ਕਰਕੇ। ਹਾਂ, ਉਹਦਾ ਮਤਲਬ ਕੋਈ ਮਨਸ਼ਾ ਗੰਦਾ ਨਹੀਂ ਹੁੰਦਾਗਾ। ਉਹਦਾ ਮਤਲਬ ਇਹ ਕਿ ਮੇਰੇ ਵੱਲੋਂ ਤੁਹਾਨੂੰ ਮੁਹੱਬਤ ਭੇਜੀ, ਇੱਕ ਹਵਾਈ ਮਿੱਠੀ, ਠੀਕ ਆ, ਜਿਹਨੂੰ ਕਹਿੰਦੇ ਫਲਾਈਂਗ ਕਿਸ, ਠੀਕ ਆ। ਇਹਦਾ ਮਤਲਬ ਇਹ ਆ। ਤੇ ਜੇ ਇਹੀ ਗੱਲ ਰਾਹੁਲ ਗਾਂਧੀ ਨੇ ਕਰਤੀ ਲੋਕ ਸਭਾ ਦੇ ਵਿੱਚ, ਕਹਿੰਦੇ ਤਾਂ ਗੰਦਾ, ਬਚਪਨ ਤੋਂ ਗੰਦਾ, ਰੌਲਾ ਪੈ ਗਿਆ। ਬਹੁਤ ਰੌਲਾ ਪਿਆ। ਸਮ੍ਰਿਤੀ ਇਰਾਨੀ ਹੋਰਾਂ ਨੇ ਤਾਂ ਬਹੁਤ ਰੌਲਾ। ਅਸਲ ਦੇ ਵਿੱਚ ਗੱਲ ਇਹ ਹੋਈ ਸੀ ਕਿ ਰਾਹੁਲ ਗਾਂਧੀ ਨੇ ਜਦੋਂ ਕੱਲ ਉੱਥੇ ਬੋਲਿਆ, ਉਹਨੇ ਲੋਕ ਸਭਾ ਦੇ ਵਿੱਚ ਖੜ ਕੇ ਤੇ ਮਣੀਪੁਰ ਦੇ ਮੁੱਦੇ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਕਹੀਆਂ। ਉਹਨੇ ਇਹ ਵੀ ਗੱਲ ਕਹੀ ਕਿ ਭਾਰਤ ਦੇ ਵਿੱਚ ਖਾਸ ਕਰਕੇ ਮਣੀਪੁਰ ਦੇ ਵਿੱਚ ਭਾਰਤ ਮਾਤਾ ਦਾ ਕਤਲ ਹੋਇਆ। ਅੱਛਾ ਜੀ। ਉਹਨੇ ਹੋਰ ਬਹੁਤ ਸਾਰੀਆਂ ਗੱਲਾਂ ਕਹੀਆਂ। ਉਹਨੇ ਕਿਹਾ ਜੀ ਕਿ ਮੈਂ ਉੱਥੇ ਜਾ ਕੇ ਰਾਹਤ ਕੈਂਪਾਂ 'ਚ ਲੋਕਾਂ ਨੂੰ ਮਿਲਿਆ, ਬੱਚਿਆਂ ਨੂੰ ਮਿਲਿਆ, ਪ੍ਰਧਾਨ ਮੰਤਰੀ ਸਾਹਿਬ ਗਏ ਨਹੀਂ। ਫਿਰ ਉਸ ਤੋਂ ਬਾਅਦ ਬੀਬੀ ਸਿਮਰਤੀ ਇਰਾਨੀ ਦੀ ਵਾਰੀ ਆਈ, ਉਹਨਾਂ ਨੇ ਤਵਾ ਲਾਇਆ ਰਾਹੁਲ ਗਾਂਧੀ ਦੇ ਉੱਤੇ। ਜਦੋਂ ਰਾਹੁਲ ਗਾਂਧੀ ਉੱਥੋਂ ਜਾਣ ਲੱਗਾ ਤਾਂ ਉਹਦੇ ਹੱਥ ਦੇ ਵਿੱਚੋਂ ਫਾਈਲਾਂ ਡਿੱਗ ਪਈਆਂ। ਜਦੋਂ ਉਹਨੇ ਝੁੱਕ ਕੇ ਫਾਈਲਾਂ ਚੱਕੀਆਂ ਜਾਂ ਚੱਕਣ ਦੀ ਕੋਸ਼ਿਸ਼ ਕੀਤੀ ਤਾਂ ਮਗਰਲੇ ਪਾਸੇ ਵਿਰੋਧੀ ਪਾਰਟੀਆਂ ਵਾਲਿਆਂ ਨੇ ਰੌਲਾ ਪਾ ਲਿਆ, ਹੱਸਣ ਲੱਗ ਗਏ, ਠਾਕੇ ਲਾਉਣ ਲੱਗ ਗਏ, ਕਿਉਂਕਿ ਗੱਲ ਬਹੁਤ ਵੱਡੀ ਸੀ, ਫਾਈਲਾਂ ਡਿੱਗ ਪਈਆਂ ਸੀ। ਇਹ ਕਿੱਡੀ ਕੁ ਗੱਲ ਸੀ? ਇਹ ਵੱਡੀ ਸੀ ਨਾ, ਕੌਮ ਵਿੱਚ ਕਿਹਾ ਮੈਂ ਹੋਊਗੀ। ਹਾਂਜੀ, ਉਹ ਹੱਸਣ ਲੱਗ ਪਏ। ਤੇ ਫਿਰ ਰਾਹੁਲ ਗਾਂਧੀ ਨੇ ਪਿੱਛੇ ਨੂੰ ਮੁੜ ਕੇ ਕਰਤਾ, ਉਹਨੇ ਐ ਕਰਤਾ ਤੇ ਇਸ ਗੱਲ ਤੇ ਰੌਲਾ ਪੈ ਗਿਆ। ਕਹਿੰਦੇ ਇਹਨੂੰ ਸ਼ਰਮ ਹੀ ਹੈ ਨਹੀਂ ਕਿ ਭਾਈ ਬੀਬੀਆਂ ਕਿੱਥੇ ਬੈਠੀਆਂ। ਤੇ ਉਹਨੇ ਕਿਹੜਾ ਬੀਬੀਆਂ ਨੂੰ ਕੀਤਾ ਇਹ? ਉਹਨੇ ਸਮੂਹਕ ਤੌਰ ਤੇ ਕਰਤਾ ਵੀ ਤੁਹਾਨੂੰ ਸਾਰਿਆਂ ਨੂੰ ਮੇਰਾ ਪਿਆਰ ਆ। ਹਾਂ ਬਿਲਕੁਲ, ਤੁਸੀਂ ਜਿਉਂਦੇ ਰਹੋ। ਹਾਂ, ਤੁਸੀਂ ਬਸ ਕਮਾਲ ਨਹੀਂ ਆ, ਜਵਾਨੀਆਂ ਹੀ ਮਾਣੋ, ਤੁਸੀਂ ਜਵਾਨੀਆਂ ਹੀ ਮਾਣੋ, ਤੁਸੀਂ ਬੁਢਾਪੇ 'ਚ ਵੀ ਜਵਾਨੀਆਂ ਮਾਣੋ। ਹਾਂ, ਠੀਕ ਆ, ਠੀਕ ਆ। ਇਸ ਗੱਲ ਦੇ ਉੱਤੇ 22 ਜਣੀਆਂ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ ਸੰਸਦ ਮੈਂਬਰਾਂ ਨੇ ਸਪੀਕਰ ਸਾਹਿਬ ਨੂੰ ਸ਼ਿਕਾਇਤ ਕਰਤੀ। ਉਹ ਕਹਿੰਦੇ ਵੀ ਹੱਦ ਹੀ ਹੋ ਗਈ, ਸ਼ਰੀਆਮੀ ਸ਼ਰੀਆਮੀ ਮਿੱਠੀਓ ਮਿੱਠੀ, ਅਕਲੀ ਨਹੀਂ ਆਉਣੀ। ਤੇ ਇੱਕ ਮੰਤਰੀ ਨੇ ਇਹ ਵੀ ਗੱਲ ਕਹਿਤੀ, ਉਹ ਕਹਿੰਦੇ ਵੀ ਰਾਹੁਲ ਗਾਂਧੀ ਦਾ ਇਹਦਾ ਪਿਛੋਕੜੀ ਗਲਤ ਆ, ਇਹਦਾ ਕਿਰਦਾਰ ਹੀ ਗਲਤ, ਅਸੀਂ ਤਾਂ ਕਹਿੰਦੇ ਵਿਆਹ ਕਰਵਾ ਲੇ। ਇਹ ਕਦੇ ਸੰਸਦ ਦੇ ਵਿੱਚ ਅੱਖ ਮਾਰਦਾ, ਕਦੇ ਸੰਸਦ ਦੇ ਵਿੱਚ ਆਹ ਹਰਕਤਾਂ ਕਰਦਾ, ਇਹਨੂੰ ਵਿਆਹ ਕਰਵਾ ਲੈਣਾ ਚਾਹੀਦਾ। ਇਹ ਨਾ ਇਉਂ ਲੱਗ ਰਿਹਾ ਟਾਣਾ ਸਾਹਿਬ ਜਿਵੇਂ ਨਾ ਸੰਸਦ ਨਹੀਂ, ਉੱਥੇ ਕੋਈ ਮੈਚੁਰ ਬੰਦੇ ਨਹੀਂ ਬੈਠੇ ਹੋਏ। ਇਉਂ ਲੱਗ ਰਿਹਾ ਜਿਵੇਂ ਕੋਈ ਕਲਾਸ ਆ ਤੇ ਜਿਹਦੇ 'ਚ ਉਹ ਨਿਆਣੇ ਨਹੀਂ ਵੀ ਜਿਹਦੇ ਤੋਂ ਖਾਰਜੀ ਖਾਂਦੇ ਹੁੰਦੇ ਆ, ਨਿਆਣੇ ਜਿਹਦੇ ਨਾਲ ਬਣਦੀ ਨਹੀਂ ਹੁੰਦੀ ਹੈ ਨਾ, ਉਹ ਉਹਦੇ ਲਈ ਕੋਈ ਨਾ ਕੋਈ ਗੱਲ ਲੱਭਦੇ ਹੀ ਰਹਿੰਦੇ ਆ ਵੀ ਹੁਣੇ ਅਧਿਆਪਕ ਆਊਗਾ ਤੇ ਇਹਦੀ ਸ਼ਿਕਾਇਤ ਲਾਉਣੀ ਆ ਵੀ ਇਹਨੇ ਐਂ ਕੀਤਾ, ਇਹਨੇ ਪੈਨ ਸੁੱਟਿਆ, ਇਹਨੇ ਮੇਰੇ ਵੱਲ ਨੂੰ ਪੈਨਸਲ ਸੁੱਟੀ, ਇਹਨੇ ਕਿਤਾਬ ਪਾੜਤੀ, ਇਹਨੇ ਆਹ ਕੀਤਾ, ਇਹਨੇ ਉਹ ਕੀਤਾ, ਵੀ ਉਹ ਕੋਈ ਨਾ ਕੋਈ ਬਹਾਨਾ ਲੱਭਦੇ ਰਹਿੰਦੇ। ਉਵੇਂ ਹੀ ਸਾਰਾ ਕੁਝ ਉੱਥੇ ਹੋ ਰਿਹਾ, ਕੋਈ ਨਾ ਕੋਈ ਬਹਾਨਾ ਹੀ ਲੱਭੀ ਜਾਂਦੇ ਆ ਵੀ ਕਿਸ ਤਰੀਕੇ ਦੇ ਨਾਲ। ਮੈਂ ਇਕੱਲੀ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਕਰ ਰਹੀ, ਸਾਰੀਆਂ ਪਾਰਟੀਆਂ ਹੀ ਬਹਾਨੇ ਹੀ ਲੱਭ ਰਹੀਆਂ ਨੇ ਵੀ ਕਿਸੇ ਇੱਕ ਤਰੀਕੇ ਦੇ ਨਾਲ ਅਸੀਂ ਇੱਕ ਦੂਜੇ ਦੇ ਉੱਪਰ ਚਿੱਕੜ ਸੁੱਟ ਲਈਏ, ਇੱਕ ਦੂਜੇ ਨੂੰ ਮਾੜਾ ਚੰਗਾ ਕਹਿ ਦਈਏ, ਇੱਕ ਦੂਜੇ ਦੇ ਕਿਰਦਾਰ
ਸਰਕਾਰ ਦੇ ਬਾਬਤ ਮਾੜਾ ਚੰਗਾ ਕਹਿ ਲਈਏ, ਬਾਕੀ ਸਾਰੇ ਕੰਮ ਹੁੰਦੇ ਰਹਿਣਗੇ। ਬਿਲਕੁਲ। ਮੈਂ ਵੈਸੇ ਕੋਈ ਰਾਹੁਲ ਗਾਂਧੀ ਦਾ ਪ੍ਰਚਾਰਕ ਨਹੀਂਗਾ, ਬਹੁਤ ਸਾਰੀਆਂ ਕਮੀਆਂ ਕਾਂਗਰਸ ਦੇ ਵਿੱਚ ਜਿਹਦੇ ਕਰਕੇ ਅੱਜ ਉਹ ਲਮਕਦੀ ਜੇ ਫਿਰਦੀ ਹੈ। ਪਰ ਇੱਕ ਗੱਲ ਆ ਵੀ ਜਿਹੜੀ ਨਾ ਇਹ ਫਲਾਈਂਗ ਕਿਸ ਸੀ, ਇਹਦੇ ਅਰਥ ਗੰਦੇ ਨਹੀਂ ਸੀ, ਤੇ ਉਹ ਜਿਹੜੀ ਅੱਖ ਮਾਰੀ ਸੀ ਕੁਝ ਕੁ ਵਰੇ ਪਹਿਲਾਂ, ਉਹ ਵੀ ਲੋਕ ਸਭਾ ਦੇ ਵਿੱਚ ਹੀ ਸੀ, ਕਿਉਂਕਿ ਉਦੋਂ ਪ੍ਰਧਾਨ ਮੰਤਰੀ ਨੂੰ ਜੱਫੀ ਪਾਈ ਸੀ ਜਾ ਕੇ, ਤੁਹਾਨੂੰ ਚੇਤੇ ਆ ਰਾਹੁਲ ਗਾਂਧੀ ਨੇ, ਤੇ ਬਾਅਦ ਦੇ ਵਿੱਚ ਆਪਣੀ ਸੀਟ ਤੇ ਬੈਠ ਕੇ ਨਾਲ ਦੇ ਸਾਥੀਆਂ ਨੂੰ ਕੀਤਾ ਸੀ ਇੰਜ ਕਰਕੇ। ਉਹਦਾ ਮਤਲਬ ਇਹ ਸੀਗਾ ਵੀ ਆਪਾਂ ਆਪਦਾ ਕੰਮ ਕਰਤਾ। ਇਹ ਮੈਂ ਗੰਦੀ ਗੱਲ ਨਹੀਂ ਸੀਗਾ। ਗੰਦੀ ਗੱਲ ਉਹ ਆ ਜਿਹੜੀ ਕਿ ਆਪ ਜੀ ਦੇ ਇੱਕ ਰੈਸਲਿੰਗ ਫੈਡਰੇਸ਼ਨ ਦੇ ਪ੍ਰਧਾਨ ਦੇ ਉੱਤੇ ਕੁੜੀਆਂ ਦੇ ਵੱਲੋਂ ਦੋਸ਼ ਲਾਏ ਗਏ ਸੀ। ਤੇ ਜਿਹੜੀ ਉਹਨੇ ਹੁਣ ਗੱਲ ਕਹੀ ਉਹ ਪੜ੍ਹ ਲਈ ਹੈ ਤੁਸੀਂ? ਕਿਹੜੀ? ਕਹਿੰਦਾ ਬਿਨਾਂ ਕਿਸੇ ਹੁਣ ਮੈਂ ਉਸ ਸ਼ਬਦ ਨੂੰ ਵੀ ਨਹੀਂ ਵਰਤ ਸਕਦੀ ਟਾਣਾ ਸਾਹਿਬ, ਬਿਨਾਂ ਕਿਸੇ ਉਹੋ ਜੀ ਭਾਵਨਾ ਦੇ ਕਹਿੰਦਾ ਕਿਸੇ ਔਰਤ ਨੂੰ ਗਲੇ ਲਗਾਉਣ ਦੇ ਵਿੱਚ ਕੋਈ ਗਲਤੀ ਥੋੜੀ ਹੁੰਦੀ ਹੈ। ਇਹ ਗੱਲ ਗੰਦੀ ਨਹੀਂ ਤੇ ਉਹ ਗੱਲ ਗੰਦੀ ਹੈ, ਤੇ ਇਹ ਗੱਲ ਕਰਨੀ ਵੀ ਗੰਦੀ ਹੈ। ਉਹਦੀ ਹਾਜ਼ਰ ਹੈ ਜੱਜ ਦਾ ਵਿਚਾਰ। ਹਰਮਨ ਜੀ ਕਹਿੰਦੇ ਭਗਵੰਤ ਮਾਨ ਹੋਰੀ ਦਿੱਲੀ ਪਹੁੰਚ ਗਏ। ਅੱਛਾ ਜੀ। ਲਓ ਜੀ, ਦਿੱਲੀ ਪਹੁੰਚੇ ਉਹ ਬੜੀ ਮਹੱਤਵਪੂਰਨ ਚਰਚਾ ਕਰਨ ਦੇ ਲਈ ਗਏ ਆ। ਕਿਹਦੇ ਨਾਲ? ਅਖਬਾਰਾਂ ਦੇ ਵਿੱਚ ਨਾ ਵੱਡੇ ਵੱਡੇ ਆਕਾਰ ਦੇ ਵਿੱਚ ਖਬਰਾਂ ਛਪੀਆਂ। ਨਹੀਂ, ਕਿਹਦੇ ਨਾਲ ਚਰਚਾ ਕਰਨ ਲਈ ਗਏ? ਕੇਜਰੀਵਾਲ ਸਾਹਿਬ ਦੇ ਨਾਲ। ਅੱਛਾ ਅੱਛਾ। ਮੁੱਖ ਮੰਤਰੀ ਸਾਹਿਬ ਨਾਲ ਹੀ ਗੱਲ ਕਰਨਗੇ। ਹਾਂਜੀ। ਦਿੱਲੀ ਦੇ ਮੁੱਖ ਮੰਤਰੀ ਦੇ ਨਾਲ ਗੱਲਬਾਤ ਕੀਤੀ ਹੈ ਜਾਂ ਕਰਨ ਪਹੁੰਚੇ ਹਨ ਜਾਂ ਕਰਕੇ ਆ ਚੁੱਕੇ ਹਨ। ਕਿਸੇ ਵੀ ਵੇਲੇ ਇਹ ਗੱਲ ਆ ਸਕਦੀ ਹੈ। ਪਰ ਕਹਿੰਦੇ ਵੀ ਪੰਜਾਬ ਦੇ 2 ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ। ਕਹਿੰਦੇ ਪੜਾਕੇ ਪਾ ਰਹੇ ਨੇ ਭਗਵੰਤ ਮਾਨ ਨੇ। ਜਿਹੜਾ ਉਹ 100 ਏਕੜ ਜ਼ਮੀਨ ਦੀ ਪਠਾਨਕੋਟ ਦੇ ਵੱਲ ਅਲਾਟਮੈਂਟ ਦਾ ਮਾਮਲਾ, ਉਹਦੇ ਵਿੱਚ ਕਥਿਤ ਤੌਰ ਦੇ ਉੱਤੇ 1-2 ਮੰਤਰੀਆਂ ਦੇ ਨਾਂ ਵੱਜਦੇ ਆ। ਕਹਿੰਦੇ ਵੀ ਇੱਕ ਹੋਰ ਮੰਤਰੀ ਹੈ ਜਿਹੜਾ ਉਹਦੀ ਕਾਰਗੁਜ਼ਾਰੀ ਤੋਂ ਮੁੱਖ ਮੰਤਰੀ ਸਾਹਿਬ ਖੁਸ਼ ਨਹੀਂ। ਕਹਿੰਦੇ ਵੀ ਕਿਸੇ ਵੀ ਵੇਲੇ ਦੋਵਾਂ ਦੀ ਛੁੱਟੀ ਹੋ ਸਕਦੀ ਹੈ ਤੇ ਦੋਵਾਂ ਤਿੰਨਾਂ ਦੇ ਵਿਭਾਗਾਂ ਦੇ ਵਿੱਚ ਬਦਲੀ ਹੋ ਸਕਦੀ ਆ। ਕਹਿੰਦੇ ਵੀ ਭੜਥੂ ਪਾ ਰਹਿਣਾ ਭਗਵੰਤ ਮਾਨ ਨੇ। ਮਤਲਬ ਇੱਕ ਵਾਰ ਫਿਰ ਤੋਂ ਪੰਜਾਬ ਦੀ ਸਿਆਸਤ ਚ ਰੌਲਾ ਪਊਗਾ। ਨਾ ਪਾਉਣੇ ਪੜਾਕੇ ਪੂਰੇ ਹੈ। ਉਧਰੋਂ ਕਾਂਗਰਸੀ ਕਹਿੰਦੇ ਵੀ ਅਸੀਂ ਕਰ ਗਏ, ਹੁਣ ਕਹਿੰਦੇ ਹੱਦ ਹੋ ਗਈ। ਨਿਤ ਸਾਡੀ ਬਾਹ ਨੂੰ ਵਟਾ ਚਾੜ ਦੇ ਵੀ ਆ ਲੈ ਤੁਸੀਂ ਭ੍ਰਿਸ਼ਟਾਚਾਰ ਕੀਤਾ, ਤੇ ਹੁਣ ਕਹੀ ਜਾਂਦੇ ਵੀ ਭਾਈ 24 ਚ ਆਪਾਂ ਇਕੱਠੇ ਹੋ ਕੇ ਚੋਣ ਲੜਨੀ ਆ। ਇਹ ਤਾਂ ਵਿਚਾਰੇ ਤੰਗ ਨੇ ਇਸ ਗੱਲੋਂ। ਇਹ ਕੋਈ ਅੱਜ ਦੀ ਗੱਲ ਨਹੀਂ ਹੈ, ਜਦੋਂ ਤੋਂ ਇਹ ਚਰਚਾ ਚੱਲੀ ਹੈ ਨਾ, ਟਾਣਾ ਸਾਹਿਬ ਵੀ ਕਹਿੰਦੇ ਵੀ ਸਾਰੇ ਵਿਰੋਧੀਆਂ ਨੇ ਇਕੱਠੇ ਹੋ ਜਾਣਾ, ਸਾਰੇ ਵਿਰੋਧੀ ਜਿਹੜੇ ਇਕੱਠੇ ਹੋਣਗੇ ਇੱਕੋ ਮੰਚ ਦੇ ਉੱਤੇ, ਉਦੋਂ ਤੋਂ ਹੀ ਇਹ ਰੌਲਾ ਪੈ ਰਿਹਾ ਵੀ ਉਹ ਕਹਿੰਦੇ ਲੈ ਉੱਥੇ ਇਕੱਠੇ ਹੋਈ ਜਾਂਦੇ ਹੋ, ਇੱਥੇ ਸਾਨੂੰ ਇਕੱਠੇ ਕਰੀ ਜਾਂਦੇ ਆ ਇਹ। ਬਿਲਕੁਲ ਤੁਹਾਡੀ ਗੱਲ ਸਹੀ। ਇੱਕ ਨਾ ਸਿਆਸੀ ਪਾਰਟੀ ਦਾ ਨੇਤਾ, ਉਹਦੇ ਮਗਰ ਵੈਸੇ ਕੋਈ ਬਹੁਤੇ ਲੋਕ ਹੈ ਨਹੀਂਗੇ। ਉਹ ਇੱਕ ਦਿਨ ਨਾ ਨੰਬਰ 'ਚ ਬਣਾਉਂਦਾ ਕਰੀ ਜਾਵੇ, ਕਹਿੰਦਾ ਵੈਲੀਆਂ ਨੇ ਕਰ ਲਈ ਸਲਾਹ, ਕਹਿੰਦੇ ਕੱਲਾ ਵੇਖ ਘੇਰ ਮਾਰਨਾ। ਅੱਛਾ ਜੀ। ਮੈਂ ਕਿਹਾ ਐਵੇਂ ਹੀ ਨਾ ਰਣਜੀਤ ਬਾਵਾ ਬਣੀ ਚੱਲ, ਤੂੰ ਹੈ ਹੀ ਕੱਲਾ, ਕੋਈ ਨਹੀਂ ਮਗਰ। ਤੇ ਨਾਲੇ ਜਦੋਂ ਅਗਲਿਆਂ ਨੇ ਘੇਰਾ ਪਾਇਆ ਤਾਂ ਮੁੜ ਕੇ ਆਪਾਂ ਫਟਾਫਟ ਗਿੱਦੜਾ ਦਾ ਸੁਣਿਆ ਗਰੁੱਪ ਫਿਰਦਾ, ਕਦੇ ਸ਼ੇਰ ਮਾਰਨਾ, ਤੂੰ ਖੁਦ ਹੀ ਸ਼ੇਰ ਆ, ਤੂੰ ਕੂਨੋ ਪਾਰਕ ਵਾਲਾ। ਚਲੋ ਪਤਾ ਨਹੀਂ ਕਿੱਥੋਂ ਵਾਲਾ ਆ, ਪਰ ਗੱਲ ਇਹ ਹੈ ਵੀ ਸੱਚੀ ਗੱਲ ਹੈ, ਜਦੋਂ ਕਿਸੇ ਦੇ ਉੱਪਰ ਵਿਪਤਾ ਪੈਂਦੀ ਹੈ, ਜਦੋਂ ਕਿਸੇ ਦੇ ਮਗਰ ਕੋਈ ਇੰਟੈਲੀਜੈਂਸ, ਕੋਈ ਈਡੀ, ਕੋਈ ਵਿਜੀਲੈਂਸ, ਕੋਈ ਇਦਾਂ ਦੇ ਜਦੋਂ ਮਹਿਕਮੇ ਮਗਰ ਪੈਂਦੇ ਨੇ, ਉਦੋਂ ਅਸਲ 'ਚ ਪਤਾ ਲੱਗਦਾ ਵੀ ਕੌਣ ਕਿੱਥੇ ਖੜਦਾ। ਵੈਸੇ ਸੋਚ ਕੇ ਦੇਖਿਆ ਤੁਸੀਂ ਹਰਮਨ ਜੀ ਵੀ ਭਾਈ ਆ 2 ਵਿਰੋਧੀ ਪਾਰਟੀਆਂ ਦੇ ਨੇਤਾ ਇੱਕ ਦੂਜੇ ਦੇ ਨਾਲ ਖੈਂਦੇ ਆ। ਉਹ ਇਹ ਗੱਲ ਕਹਿੰਦੇ ਵੀ ਇਹਨੇ ਭ੍ਰਿਸ਼ਟਾਚਾਰ ਬਹੁਤ ਕੀਤਾ, ਉਹ ਕਹਿੰਦਾ ਨਾ ਇਹਨਾਂ ਨੇ ਬਹੁਤ ਕੀਤਾ। ਇਹਨਾਂ ਦੋਵਾਂ ਦੇ ਵਿੱਚੋਂ ਇੱਕ ਜਿੱਤ ਜਾਂਦਾ, ਇੱਕ ਹਾਰ ਜਾਂਦਾ। ਚਲੋ ਲੋਕਾਂ ਦੀ ਮਰਜ਼ੀ ਕਿਹਨੂੰ ਜਿਤਾਉਣਾ। ਫਿਰ ਅਗਲੀ ਚੋਣ ਦੇ ਵਿੱਚ ਦੋਵੇਂ ਇਕੱਠੇ ਹੋ ਜਾਣ, ਦੋਨੋਂ ਪਾਰਟੀਆਂ ਇਕੱਠੀਆਂ ਹੋ ਜਾਣ। ਹੁਣ ਲੋਕਾਂ ਨੂੰ ਬਿਆਨ ਯਾਦ ਆ ਤੇ ਇਹ ਬਿਆਨ ਭੁੱਲੇ ਬੈਠੇ ਆ ਵੀ ਭਾਈ ਅਸੀਂ ਕੀ ਕਿਹਾ ਸੀਗਾ। ਉਦੋਂ ਫਿਰ ਤੀਜਾ ਬੰਦਾ ਚਿੱਤੇ ਕਰਾਉਂਦਾ, ਉਹ ਤੁਸੀਂ ਗੱਲ ਕਿਹੜੀ ਕਰਦੇ ਸੀ? ਉਹ ਕਹਿੰਦਾ ਉਹ ਉਦੋਂ ਦੀ ਗੱਲ ਸੀ, ਅਸੀਂ ਕਰ ਗਏ ਜੀ। ਸਹੀ ਗੱਲ ਹੈ। ਸਮੇਂ ਮੁਤਾਬਕ ਬਹੁਤ ਵੱਡੀ ਟੱਕਰ ਲੈਣ ਦੇ ਲਈ ਉਹ ਕਹਿੰਦੇ ਸਾਨੂੰ ਇਹੋ ਜਿਹੇ ਫੈਸਲੇ ਕਰਨੇ ਪੈਂਦੇ ਆ, ਇਹ ਵੀ ਲੋਕ ਹਿੱਤ ਦੇ ਵਿੱਚ ਹੀ ਆ। ਟਾਣਾ ਸਾਹਿਬ ਤੁਸੀਂ ਇਹ ਵੇਖੋ, ਬਹੁਤ ਸਾਰੀਆਂ ਥਾਵਾਂ ਦੇ ਉੱਪਰ ਇਹ ਹੋ ਚੁੱਕਿਆ ਹੈ ਕਿ ਜਦੋਂ 2 ਬੰਦੇ ਜਿਹੜੇ ਪਹਿਲਾਂ ਤਾਂ ਵਿਰੋਧੀ ਸੀ, ਉਹਨਾਂ ਦੇ ਵਿੱਚੋਂ ਲੋਕਾਂ ਨੇ ਇੱਕ ਨੂੰ ਚੁਣ ਲਿਆ, ਮੁੜ ਕੇ ਜਿਹੜਾ ਦੂਜਾ ਹਰਾਇਆ ਸੀ ਉਹ ਵੀ ਉਸੇ ਪਾਰਟੀ ਦੇ ਵਿੱਚ ਚਲਾ ਗਿਆ, ਹੈ ਨਾ। ਹੁਣ ਲੋਕ ਕਹਿੰਦੇ ਸਾਡਾ ਕੀ ਕਸੂਰ ਹੈ? ਕਈਆਂ ਨੇ ਪਾਰਟੀ ਵੇਖ ਕੇ ਵੋਟ ਪਾਈ, ਕਈਆਂ ਨੇ ਬੰਦਾ ਵੇਖ ਕੇ ਵੋਟ ਪਾਈ। ਹੁਣ ਜਿਨ੍ਹਾਂ ਨੇ ਪਾਰਟੀ ਵੇਖ ਕੇ ਵੋਟ ਪਾਈ ਉਹ ਕਹਿੰਦੇ ਵੀ ਦੂਜੀ ਪਾਰਟੀ ਵਾਲਾ ਵੀ ਇੱਧਰ ਹੀ ਆ ਗਿਆ ਤੇ ਉਹ ਵੀ ਆਪਣੀ ਪਾਰਟੀ ਇਹਨੂੰ ਦੱਸੀ ਜਾਂਦਾ, ਹੁਣ ਤੇ ਸਾਡਾ ਕਸੂਰ ਕੀ ਹੈ? ਮਹੀਨੇ ਦੇ ਵਿੱਚ 3-3 ਪਾਰਟੀਆਂ ਬਦਲਣ ਵਾਲੇ ਨੇਤਾ ਹਾਲੇ ਸਾਹਮਣੇ ਆਉਣਗੇ ਜਦੋਂ ਚੋਣਾਂ ਸਿਰ ਤੇ ਹੋਈਆਂ। ਬਿਲਕੁਲ ਸਹੀ। ਤੇ ਡਰਾਈਵਰ ਸਾਹਿਬ ਉਹਨਾਂ ਦੇ ਪੁੱਛਿਆ ਕਰਨਗੇ ਸੈਲਫ ਮਾਰਨ ਤੋਂ ਪਹਿਲਾਂ, ਜਨਾਬ ਅੱਜ ਆਪਾਂ ਕਿਹੜੇ ਪਾਸੇ ਆ, ਕਿਹੜੇ ਦਫ਼ਤਰ ਵੱਲ ਨੂੰ ਚੱਲੀਏ, ਕਿਹੜੇ ਦਫ਼ਤਰ ਵੱਲ ਜਾਣਾ, ਝੰਡੀ ਆਪਣੇ ਵਾਲੀ ਕਿ ਹੋਰ ਆ ਕੋਈ, ਹਾਂ ਕਿਹੜੀ ਡਿੱਗੀ ਚੋਂ ਕੱਢ ਕੇ ਲਗਾ ਦਵਾਂ, ਜਨਾਬ ਰਾਤ ਹਲਕੇ ਦਾ ਵਿਕਾਸ ਕਿਹੜੇ ਪਾਸੇ ਨੂੰ ਸੋਚਿਆ ਫਿਰ। ਸਹੀ ਗੱਲ ਹੈ। ਹਾਂ ਇਦਾਂ ਨਾ ਹਾਲੇ ਬੜਾ ਕੁਝ ਹੋਣਾ ਬਾਕੀ ਹੈ। ਬਿਲਕੁਲ, ਇਹ ਤਾਂ ਸਮਾਂ ਬਿਆਨ ਕਰੂਗਾ ਵੀ ਕੀ ਕੁਝ ਹੁੰਦਾ, ਜਿਵੇਂ 24 ਫਿਰ ਸਾਡੀ ਬੇਨਤੀ ਇਹ ਆ ਵੀ ਆਪਾਂ ਪੈਂਦੀ ਸੱਟ ਤੱਕ ਦਿੰਦੇ ਅਸੀਂ ਭੋਲੇ ਹਾਂ, ਅਸੀਂ ਗੁੰਮਰਾਹ ਹੋ ਗਏ, ਅਸੀਂ ਬਚਪਨ ਤੋਂ ਹੀ ਭੋਲੇ ਸਾਂ। ਅਸੀਂ ਕੋਈ ਭੋਲੇ ਨਹੀਂ ਸਾਂ, ਅਸੀਂ ਘੋਗੜ ਸਾਂ। ਘੋਗੜ ਤੇ ਭੋਲੇ ਦੇ ਵਿੱਚ ਵੀ ਅੰਤਰ ਆ। ਅਸੀਂ ਲਾਲਚੀ ਵੀ ਸਾਂ, ਲਾਲਚੀ ਵੀ ਸਾਂ। ਹਾਲੇ 5-6 ਮਹੀਨੇ ਪਏ, 5 ਮਹੀਨੇ ਤਾਂ ਪਏ ਹੀ ਆ ਜੀ। 2024 ਦੇ ਫਰਵਰੀ ਜਾਂ ਮਾਰਚ ਮਹੀਨੇ ਚ ਵੋਟਾਂ ਪੈਣੀਆਂ। ਵਧਾ ਲਓ, ਬੁੱਧੀ ਜਿੰਨੀ ਵਧਾ ਸਕਦੇ ਆ, ਹਾਂ ਬੁੱਧੀ ਦੀ ਜਿੰਨੀ ਵਰਤੋਂ ਕਰ ਸਕਦੇ ਹੁਣੇ ਤੋਂ ਕਰਨੀ ਸ਼ੁਰੂ ਕਰ ਦਿਓ। ਇਹ ਨਹੀਂ ਵੀ ਮਾਰਿਆ ਯੱਕੜ ਤੇ ਗੱਲ ਕਰਤੀ, ਹਾ ਜਿੱਧਰੋਂ ਬੋਤਲ ਆ ਗਈ ਉਧਰ ਵੋਟ ਪਾ ਦਿਆਂਗੇ, ਜਿੱਧਰੋਂ ਕੋਈ ਲੈ ਗਿਆ ਚੱਕ ਕੇ ਉਧਰ ਪਾ ਦਿਆਂਗੇ।
ਜਿਹਨੇ ਆਪਦਾ ਬੰਦਾ ਛਡਾਤਾ ਆਪਣਾ ਉਹਨੂੰ ਵੋਟ ਪਾ ਦਿਆਂਗੇ। ਆਪਾਂ ਗਲਤ ਕੰਮ ਕਰੀਏ ਨਾ, ਬੰਦਾ ਛਡਾਉਣ ਦੀ ਲੋੜ ਹੀ ਨਾ ਪਵੇ। ਤੇ ਜਿਹਨੇ ਗਲਤ ਕੰਮ ਕੀਤਾ ਉਹਨੂੰ ਛਡਾਉਣਾ ਵੀ ਕਾਹਤੋਂ? ਨਾਲੇ ਆਪ ਚੰਗੇ ਹੋਵਾਂਗੇ ਤਾਂ ਚੰਗਿਆਂ ਨੂੰ ਚੁਣਾਂਗੇ। ਚੰਗੇ ਨੂੰ ਚੁਣਨਾ ਹੁਣੇ ਤੋਂ ਦਿਮਾਗ ਦੇ ਉੱਤੇ ਜ਼ੋਰ ਪਾਉਣਾ ਸ਼ੁਰੂ ਕਰ ਦਿਓ। ਮਗਰ ਉਹ ਨਾ ਕਹੇ ਵੀ ਲੈ ਸਨੀ ਦਿਓਲ ਧੋਖਾ ਦੇਗਾ, ਤੇ ਅਕਲ ਦੀ ਗੱਲ ਤਾਂ ਆਪਾਂ ਵੀ ਨਹੀਂ ਕਰਦੇ। ਠੀਕ ਹੈ ਨਾ? ਸਹੀ। ਆਪਾਂ ਕੀਤੀ ਕਦੇ? ਲਓ ਜੀ ਹਾਜ਼ਰ ਹੈ ਜੱਜ ਦਾ ਵਿਚਾਰ। ਹਰਮਨ ਜੀ, ਇੱਕ ਨਾ ਬਹੁਤ ਵੱਡੀ ਰਿਪੋਰਟ ਸਾਹਮਣੇ ਆਈ ਆ। ਦੇਖੋ, ਸਾਡੇ ਗਵਾਂਢੀ ਦੇਸ਼ ਪਾਕਿਸਤਾਨ ਦੇ ਵੱਲੋਂ ਡਰੋਨ ਉੱਡ ਕੇ ਇਧਰਲੇ ਪਾਸੇ ਆਉਂਦੇ ਆ। ਕਦੇ ਖਬਰ ਆਉਂਦੀ ਹੈ ਵੀ ਸਾਡੇ ਜਿਹੜੇ ਜਵਾਨ ਆ ਉਹਨਾਂ ਨੇ ਡਰੋਨ ਨੂੰ ਮਾਰ ਮੁਕਾਇਆ, ਕਦੇ ਡਰੋਨ ਸੁੱਟ ਲਿਆ, ਕਦੇ ਕਿਵੇਂ ਖਬਰ, ਕਦੇ ਡਰੋਨ ਵਾਪਸ ਚਲਾ ਗਿਆ ਨਸ਼ਾ ਸੁੱਟ ਕੇ, ਕਦੇ ਹਥਿਆਰ ਸੁੱਟ ਕੇ ਚਲਾ ਗਿਆ। ਇਹੋ ਜਿਹੀਆਂ ਰਿਪੋਰਟਾਂ ਅਖਬਾਰਾਂ 'ਚ ਬਹੁਤ ਸਾਰੀਆਂ ਆਉਂਦੀਆਂ। ਪਰ ਹੁਣ ਇੱਕ ਜਾਣਕਾਰੀ ਮਿਲੀ ਹੈ ਕਿ ਜਿਹੜਾ ਵੱਡਾ ਡਰੋਨ ਹੁੰਦਾ ਨਾ, ਉਹਦੀ ਥਾਂ ਦੇ ਉੱਤੇ ਉਧਰਲੇ ਤਸਕਰਾਂ ਨੇ ਛੋਟੇ ਡਰੋਨ ਦੀ ਵਰਤੋਂ ਕਰਨੀ ਸ਼ੁਰੂ ਕਰਤੀ ਆ, ਜਿਹਦੀ ਕੋਈ ਆਵਾਜ਼ ਨਹੀਂ, ਬਿਲਕੁਲ ਆਵਾਜ਼ ਨਹੀਂ, ਤੇ ਜਿਹੜਾ 4 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰ ਲੈਂਦਾ, 4 ਕਿਲੋਮੀਟਰ ਦਾ ਏਰੀਆ, ਉਹ ਸੁੱਟ ਕੇ ਇਧਰਲੇ ਪਾਸੇ ਨਸ਼ਾ ਤੇ ਵਾਪਸ ਚਲਾ ਜਾਂਦਾ। ਦਿਨ ਦੇ ਵਿੱਚ 2 ਤੋਂ ਲੈ ਕੇ 10 ਡਰੋਨ ਦੀ ਗਤੀਵਿਧੀ ਨਜ਼ਰ ਆਉਂਦੀ ਆ। 2 ਤੋਂ ਲੈ ਕੇ 10 ਡਰੋਨ ਇਧਰਲੇ ਪਾਸੇ ਨੂੰ ਆਉਂਦੇ ਆ, ਜਾਂ ਆਉਣ ਦੀ ਕੋਸ਼ਿਸ਼ ਕਰਦੇ ਆ, ਜਾਂ ਨਸ਼ਾ ਸੁੱਟ ਜਾਂਦੇ ਆ, ਜਾਂ ਮਾਰ ਮੁਕਾਏ ਜਾਂਦੇ ਆ, ਪਰ ਹਰ ਰੋਜ਼ ਗਤੀਵਿਧੀਆਂ ਵਧਦੀਆਂ। ਜੀ ਬਿਲਕੁਲ। ਔਰ ਇਹ ਰਿਪੋਰਟ ਇਹ ਵੀ ਕਹਿੰਦੀ ਹੈ ਰਾਣਾ ਸਾਹਿਬ ਕਿ 6 ਮਹੀਨਿਆਂ ਦੇ ਵਿੱਚ 34 ਡਰੋਨ ਜਿਹੜੇ ਨੇ ਉਹਨਾਂ ਦੇ ਬਾਬਤ ਵੀ ਖਬਰ ਆਈ ਹੈ ਕਿ ਉਹ 34 ਡਰੋਨ ਜਿਹੜੇ ਉਹ ਨਸ਼ਟ ਕਰ ਦਿੱਤੇ ਗਏ। ਔਰ ਤੁਸੀਂ ਵੇਖੋ ਕਿ ਲਗਾਤਾਰ ਇਹ ਚੀਜ਼ਾਂ ਵੱਧਦੀਆਂ ਜਾ ਰਹੀਆਂ। ਕਹਿੰਦੇ ਪੀਜ਼ਾ ਤੋਂ ਵੱਧ ਫਾਸਟ ਡਿਲੀਵਰੀ ਹੈ ਨਾ। ਬਿਲਕੁਲ। ਜਿਹੜੇ ਤਸਕਰ ਆ ਨਾ, ਉਹਨਾਂ ਨੇ ਅਸਲ ਦੇ ਵਿੱਚ ਜਿਹੜੇ ਸਰਹੱਦੀ ਖੇਤਰ ਆ ਪੰਜਾਬ ਦੇ, ਉਹਨਾਂ ਦੇ ਵਿੱਚ ਖੇਤਾਂ ਦੇ ਵਿੱਚ, ਪਿੰਡਾਂ ਦੇ ਵਿੱਚ ਨਸ਼ਾ ਪਹੁੰਚਾਉਣਾ ਸ਼ੁਰੂ ਕੀਤਾ ਜਦੋਂ, ਤੇ ਕਹਿੰਦੇ ਵੀ ਇਹ ਜਿਹੜਾ ਪੀਜ਼ਾ ਜੇਕਰ ਆਪਾਂ ਆਰਡਰ ਕਰੀਏ, ਆਨਲਾਈਨ ਆਰਡਰ ਕਰਦੇ ਆ, ਉਹ ਵੀ ਕਹਿੰਦੇ ਵੀ ਭਾਈ ਤੁਹਾਨੂੰ 20-25 ਮਿੰਟ ਲੱਗਣਗੇ, ਪਰ ਇਹ 10 ਤੋਂ ਲੈ ਕੇ 15 ਮਿੰਟਾਂ ਦੇ ਵਿੱਚ ਨਸ਼ੇ ਦੀ ਡਿਲੀਵਰੀ ਕਰ ਦਿੰਦੇ ਆ। ਵੀ ਇਹ ਇੰਨੀ ਤੇਜ਼ ਰਫ਼ਤਾਰ ਦੇ ਵਿੱਚ ਕੰਮ ਚੱਲਦਾ। ਹੁਣ ਇੱਕ ਹੋਰ ਰਿਪੋਰਟ ਆਈ ਆ ਵੀ ਭਾਈ ਪੰਜਾਬ ਦੇ ਵਿੱਚ ਨਸ਼ਾ ਪਰਲੇ ਪਾਰੋਂ ਜਿਹੜਾ ਆ ਰਿਹਾ, ਉਹਨੂੰ ਰੋਕਣ ਦੇ ਲਈ BSF, ਪੰਜਾਬ ਦੀ ਪੁਲਿਸ ਤੇ ਪੰਜਾਬ ਦੇ ਲੋਕ ਸਾਰੇ ਹੀ ਬਹੁਤ ਵੱਡੇ ਪੱਧਰ ਤੇ ਸੁਜਗਤਾ ਵਰਤਣ। ਆ ਮੈਂ ਇੱਕ ਰਿਪੋਰਟ ਪੜ੍ਹੀ, ਇੱਕ ਫਤੂਹੀ ਵਾਲਾ ਪਿੰਡ ਤੋਂ ਆ, ਲੰਬੀ ਖੇਤਰ ਦਾ ਪਿੰਡ ਆ। ਇੱਥੇ ਪਤਾ ਲੱਗਾ ਜੀ ਕਿ ਇੱਕ ਔਰਤ ਦੇ 2 ਪੁੱਤ ਨਸ਼ੇ ਨੇ ਖਾ ਲਏ ਤੇ ਤੀਜਾ ਪੁੱਤ ਨਸ਼ੇ ਦਾ ਆਦੀ ਆ। 34 ਦਿਨਾਂ ਦੇ ਵਿੱਚ 2 ਪੁੱਤ ਆ ਜਿਹੜੇ ਉਹਦੇ, ਇਹ ਗਾਡਰ ਵਰਗੇ ਪੁੱਤ ਆ ਜਿਹੜੇ ਉਹਦੇ, ਉਹ ਨਸ਼ੇ ਨੇ ਖਾ ਲਏ ਆ। ਨਸ਼ੇ ਦੇ ਟੀਕੇ ਲਾਉਂਦੇ ਸੀ ਨਾੜਾਂ ਦੇ ਵਿੱਚ, ਉਹ ਮੁੱਕ ਗਏ ਆ। ਇੱਕ ਕੱਲ ਮੁੱਕ ਗਿਆ, ਇੱਕ 34 ਦਿਨ ਪਹਿਲਾਂ ਮੁੱਕਿਆ, ਤੇ ਇੱਕ ਜਿਹੜਾ 17 ਵਰਿਆਂ ਦਾ ਉਹ ਉਹਨਾਂ ਟੀਕਿਆਂ ਦੀ ਹਲੇ ਵਰਤੋਂ ਕਰ ਰਿਹਾ। ਮਜ਼ਦੂਰ ਦਾ ਪਰਿਵਾਰ ਆ, ਮਜ਼ਦੂਰ ਦੀ ਮੌਤ ਹੋ ਗਈ। 3 ਪੁੱਤਾਂ, 3 ਦੇ ਵਿੱਚੋਂ 2 ਜਾ ਚੁੱਕੇ ਆ, ਇੱਕ ਨਸ਼ੇ ਦਾ ਆਦੀ ਆ। ਤੇ ਜਿਹੜਾ ਨਸ਼ੇ ਦਾ ਆਦੀ, ਉਹਨੇ ਇਹ ਗੱਲ ਕਹੀ ਆ ਕਿ ਮੈਂ ਮੈਡੀਕਲ ਸ਼ਾਪ ਤੋਂ ਜਾ ਕੇ, ਦਵਾਈਆਂ ਵਾਲੀ ਦੁਕਾਨ ਤੋਂ ਜਾ ਕੇ ਗੋਲੀਆਂ ਲੈ ਕੇ ਆਉਣਾ, 20 ਰੁਪਈਆਂ ਦੀ ਇੱਕ ਗੋਲੀ ਮਿਲਦੀ ਆ, ਗੋਲੀ ਨੂੰ ਪੀਸ ਕੇ ਪਾਣੀ ਦੇ ਵਿੱਚ ਮਿਲਾ ਕੇ ਟੀਕਾ ਲਾਉਣਾ ਨਾੜ ਦੇ ਵਿੱਚ, ਤੇ ਮੇਰੇ ਭਰਾਵਾਂ ਦੀ ਮੌਤ ਵੀ ਇਸੇ ਤਰੀਕੇ ਨਾਲ ਹੋਈ ਆ। ਮੈਨੂੰ ਨਸ਼ਾ ਛੱਡਣ ਦੀ ਕਦੇ ਲੋੜ ਮਹਿਸੂਸ ਹੁੰਦੀ ਆ, ਪਰ ਮੈਂ ਛੱਡਾਂ ਕਿਵੇਂ, ਪੈਸੇ ਬਹੁਤ ਲੱਗਦੇ ਆ। ਇਹ ਵੀ ਕੁਝ ਪੰਜਾਬ ਦੇ ਵਿੱਚ ਆ। ਪੰਜਾਬ ਦੇ ਵਿੱਚ ਸਾਰੇ ਨਸ਼ਿਆਂ ਦੇ ਆਦੀ ਨਹੀਂ, ਪਰ ਜਿਹੜੇ ਹੈਗੇ ਆ ਉਹਨਾਂ ਦੀ ਕਹਾਣੀ ਫਤੂਹੀ ਵਾਲਾ ਪਿੰਡ ਦੀ ਬੀਬੀ ਵਰਗੀ ਆ, ਵੀ ਉਸ ਔਰਤ ਦਾ ਕਸੂਰ ਕੀ ਆ ਜਿਹਦੇ 2 ਜਵਾਨ ਪੁੱਤ ਚਲੇ ਗਏ ਤੇ ਤੀਜੇ ਦਾ ਪਤਾ ਕੋਈ ਨਹੀਂ। ਜੀ ਤੁਹਾਨੂੰ ਯਾਦ ਹੈ ਟਾਣਾ ਸਾਹਿਬ, ਥੋੜਾ ਸਮਾਂ ਪਹਿਲਾਂ ਇੱਕ ਹੋਰ ਖਬਰ ਇਹੋ ਜਿਹੀ ਰਲਦੀ ਮਿਲਦੀ ਸਾਹਮਣੇ ਆਈ ਸੀ, ਜਿਹਦੇ ਚ ਘਰ 'ਚ ਇੱਕ ਬਜ਼ੁਰਗ ਔਰਤ ਹੀ ਰਹਿ ਗਈ ਤੇ ਨਾਲ ਉਹਦੀ ਨੂੰਹ ਹੈ ਵਿਚਾਰੀ, ਔਰ ਨਾਲ ਇੱਕ ਛੋਟਾ ਜਿਹਾ ਬੱਚਾ ਉਹਨਾਂ ਦਾ। ਉਸ ਘਰ ਦੇ ਵਿੱਚ ਵੀ ਸਾਰੇ ਮਰਦ ਜਿਹੜੇ ਆ ਉਹ ਨਸ਼ੇ ਦੀ ਭੇਟ ਚੜ ਗਏ ਸੀ, ਔਰ ਉਹ ਔਰਤ ਵੀ ਕਹਿੰਦੀ ਸੀ ਵੀ ਮੈਂ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਹਾਂ, ਦੱਸੋ ਮੇਰਾ ਕਸੂਰ ਕੀ ਹੈ ਨਾ। ਇਹੋ ਜਿਹੀਆਂ ਕਹਾਣੀਆਂ ਬਹੁਤ ਸਾਰੇ ਘਰਾਂ ਦੇ ਵਿੱਚੋਂ ਸਾਹਮਣੇ ਆ ਰਹੀਆਂ ਨੇ ਹੌਲੀ ਹੌਲੀ, ਪਰ ਗੱਲ ਉੱਥੇ ਆ ਕੇ ਮੁੱਕਦੀ ਹੈ ਕਿ ਕੀ ਕੀਤਾ ਜਾਵੇ, ਹੱਲ ਕੀ ਹੈ। ਇਹ ਤਾਂ ਸਾਨੂੰ ਹੀ ਦ੍ਰਿੜ ਨਿਸ਼ਚਾ ਕਰਨਾ ਪਊਗਾ ਕਿ ਅਸੀਂ ਇਸ ਗਲਤ ਰਸਤੇ ਦੇ ਉੱਪਰ ਨਾ ਚੱਲੀਏ। ਬਿਲਕੁਲ। ਤੇ ਮੇਰੀ ਇੱਕ ਬੇਨਤੀ ਆ ਇਹਨਾਂ ਨਸ਼ੇ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਕਿ ਦੇਖੋ, ਤੁਹਾਨੂੰ ਆਪਣੀ ਬਜ਼ੁਰਗ ਮਾਂ ਨਹੀਂ ਦਸੀ, ਨਾ 19 ਸਾਲ ਦੇ ਮੁੰਡੇ ਨੂੰ ਦਸੀ, ਨਾ 21 ਸਾਲ ਦੇ ਨੂੰ, ਜਿਹੜੇ ਕਿ ਤੁਰ ਗਏ। ਤੁਹਾਨੂੰ ਤਾਂ ਪਤਾ ਹੀ ਆ, ਕਿਸੇ ਹੋਰ ਨੂੰ ਪਤਾ ਨਾ ਹੋਵੇ ਜਾਂ ਪਤਾ ਹੋਵੇ ਵੀ ਭਾਈ ਤੁਹਾਡੇ ਘਰ ਦੇ ਵਿੱਚ ਕੀ ਕੀ ਆ, ਤੁਹਾਨੂੰ ਤਾਂ ਸਭ ਕੁਝ ਪਤਾ ਨਾ। ਜਿਹੜਾ 17 ਵਰਿਆਂ ਦਾ ਖਾਂਦਾ ਨਸ਼ਾ, ਨਸ਼ੇ ਦੀ ਵਰਤੋਂ ਕਰਦਾ, ਉਹਨੂੰ ਤਾਂ ਪਤਾ ਹੀ ਹੈ ਨਾ ਵੀ ਮੇਰੀ ਮਾਂ ਦੀ ਹਾਲਤ ਕਿਹੜੀ ਆ। ਜੇ ਤੁਹਾਨੂੰ ਨਸ਼ਾ ਵੱਧ ਪਿਆਰਾ ਤੇ ਆਪਣੀ ਮਾਂ ਪਿਆਰੀ ਨਹੀਂ, ਤੇ ਫਿਰ ਤੁਹਾਡੀ ਰਾਖੀ ਕੌਣ ਕਰ ਸਕਦਾ? ਗੱਲ ਤਾਂ ਇਹ ਆ, ਕੋਈ ਵੀ ਨਹੀਂ। ਮੈਂ ਕਦੇ ਕਦੇ ਸੋਚਦਾ ਹੁੰਦਾ ਵੀ ਜੇਕਰ ਮੈਂ ਗਲਤ ਕੰਮ ਕਰਦਾ ਹੋਵਾਂ ਤਾਂ ਇਹਦੇ ਲਈ ਮੈਂ ਜ਼ਿੰਮੇਵਾਰ ਆ, ਮੇਰਾ ਮੁਹੱਲਾ ਥੋੜੀ ਜ਼ਿੰਮੇਵਾਰ ਆ, ਜਾਂ ਮੇਰੀ ਕੋਈ ਪੁਲਿਸ ਥੋੜੀ ਜ਼ਿੰਮੇਵਾਰ ਆ, ਜਾਂ ਸਰਕਾਰ ਇਕੱਲੀ ਥੋੜੀ ਜ਼ਿੰਮੇਵਾਰ ਆ। ਸਰਕਾਰ ਮੇਰੇ ਹੱਥ ਦੇ ਵਿੱਚੋਂ ਨਸ਼ਾ ਨਹੀਂ ਫੜ ਸਕਦੀ, ਖੋਹ ਨਹੀਂ ਸਕਦੀ। ਹਾਂ, ਇਹ ਹੋ ਸਕਦਾ ਵੀ ਦਵਾਈਆਂ ਵਾਲੀਆਂ ਦੁਕਾਨਾਂ ਦੇ ਉੱਤੇ ਸਖਤੀ ਵਰਤੀ ਜਾਵੇ, ਪਰ ਜਿਹਨੇ ਲੈਣਾ ਉਹ ਤਾਂ ਕੰਧਾਂ ਕੋਲੇ ਟੱਪ ਕੇ ਵੀ ਜਾਂਦਾ, ਉਹ ਤਾਂ ਬਾਰਡਰ ਪਾਰ ਕਰਨ ਨੂੰ ਫਿਰਦਾ ਰਹਿੰਦਾ। ਬਿਲਕੁਲ ਸਹੀ। ਪਰ ਬੇਨਤੀ ਤਾਂ ਉਹਨਾਂ ਨੂੰ ਵੀ ਹੈ ਨਾ ਟਾਣਾ ਸਾਹਿਬ, ਵੀ ਜਿਹੜੇ ਚਾਹੇ ਉਹ ਮੈਡੀਕਲ ਦੁਕਾਨਾਂ ਨੇ, ਚਾਹੇ ਕੋਈ ਵੀ ਜਿਹੜੇ ਨਸ਼ਾ ਵੇਚਦੇ ਨੇ, ਵੀ ਤੁਸੀਂ ਆਪਣੇ 4 ਛਿੱਲੜਾਂ ਦੀ ਖਾਤਰ ਕਿਸੇ ਦੇ ਘਰ ਦੇ ਵਿੱਚ 70 ਵਿਛਾ ਰਹੇ ਹੋ।
ਤੁਸੀਂ ਥੋੜਾ ਜਿਹਾ ਸੋਚ ਲਓ ਵੀ ਜੇਕਰ ਤੁਹਾਡੇ ਕੋਲ, ਤੁਸੀਂ ਇਹ ਤਹਈਆ ਕਰ ਲਓ ਵੀ ਜੇਕਰ ਕੋਈ ਵੀ ਬੰਦਾ ਤੁਹਾਡੇ ਕੋਲ ਬਿਨਾਂ ਪਰਚੀ ਤੋਂ ਦਵਾਈ ਲੈਣ ਦੇ ਲਈ ਆਉਂਦਾ ਹੈ ਤੇ ਖਾਸ ਤੌਰ ਤੇ ਨਸ਼ੀਲੀ ਦਵਾਈ ਲੈਣ ਦੇ ਲਈ ਆਉਂਦਾ ਹੈ ਤੇ ਤੁਸੀਂ ਮਨਾ ਕਰ ਦਿਓ ਭਾਈ ਵੀ ਅਸੀਂ ਨਹੀਂ ਵੇਚਣੀ, ਪਰ ਥੋੜਾ ਜਿਹਾ ਤਾਂ ਆਪਾਂ ਨੂੰ ਵੀ ਸੋਚਣਾ ਪਊਗਾ ਨਾ ਸਾਰਿਆਂ ਨੂੰ। ਸਹੀ ਗੱਲ ਆ। ਲਓ ਜੀ ਹਾਜ਼ਰ ਹੈ ਜੱਜ ਦਾ ਵਿਚਾਰ। ਪ੍ਰਾਈਮ ਏਸ਼ੀਆ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਚਾਹੀਦਾ ਵਿਚਾਰ ਵੇਖ ਰਹੇ ਹੋ ਤੁਸੀਂ, ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ। ਟੈਣਾ ਸਾਹਿਬ, ਬਿਲਕੁਲ ਜੀ ਬਿਲਕੁਲ। ਟਮਾਟਰ ਕਹਿੰਦੇ ਮੁੜ ਆਉਣੇ ਆ ਰਸੋਈ 'ਚ। ਅੱਛਾ, ਹਾਂ ਸਾਡੀ 'ਚ ਸਾਰਿਆਂ ਦੀ 'ਚ ਨਹੀਂ ਕਿਵੇਂ? ਕਹਿੰਦੇ ਸਸਤੇ ਹੋ ਜਾਣੇ ਆ ਹੁਣ। ਮੈਂ ਤਾਂ ਕੱਲ ਪੁੱਛਿਆ ਦੁਕਾਨਦਾਰ ਨੂੰ, ਮੈਂ ਨਿੰਬੂ ਲੈਣ ਗਿਆ ਸੀ ਜੀ, ਕਿਉਂਕਿ ਉਹ ਮੈਂ ਕਾਲੀ ਕਾਫੀ 'ਚ ਪਾਉਣੇ ਹੁੰਦੇ ਆ। ਨਿੰਬੂ ਲੈਣ ਗਿਆ, ਪੁੱਛਿਆ, ਉਹ ਕਹਿੰਦੀ ਜੀ 60 ਰੁਪਏ ਪਾਈਆ। ਨਿੰਬੂ ਕੀ ਰੇਟ ਮਿਲੇ? ਨਿੰਬੂ ਮਿਲੇ ਜੀ 30 ਰੁਪਏ ਪਾਈਆ। ਅੱਛਾ ਜੀ, ਹਾਂਜੀ। ਯਾਨੀ ਕਿ 120 ਰੁਪਏ ਕਿਲੋ ਤਾਂ ਉਹ ਵੀ ਹੋ ਗਏ ਤੇ ਨਿੰਬੂ 120 ਰੁਪਏ ਕਿਲੋ ਤੇ ਟਮਾਟਰ 200 ਰੁਪਏ ਕਿਲੋ ਤੇ ਉਧਰ ਅਦਰਕ ਵੀ ਬਹੁਤ ਜ਼ਿਆਦਾ ਮਹਿੰਗਾ। ਪਰ ਹੁਣ ਕਹਿੰਦੇ ਹੌਲੀ ਹੌਲੀ ਟਮਾਟਰਾਂ ਦੇ ਭਾਅ ਘਟ ਜਾਣੇ ਆ, ਦੁਬਾਰਾ ਰਸੋਈ 'ਚ ਆ ਜਾਣਗੇ। ਕਦੋਂ ਕੁ ਤੱਕ? ਨਹੀਂ ਹੁਣ ਇਹ ਮੈਂ ਥੋੜੀ ਦੱਸ ਸਕਦੀ ਹਾਂ ਜੇ ਟੈਣਾ ਸਾਹਿਬ। ਖਬਰ ਤੁਸੀਂ ਛੇੜੀ ਹੈ ਤੇ ਅੰਤਲੀ ਗੱਲ ਵੀ ਤੁਸੀਂ ਉਹ ਦੱਸੋਗੇ। ਅੰਤਲੀ ਗੱਲ ਇਹ, ਉਹ ਕਹਿੰਦੇ ਵੀ ਜਲਦੀ ਹੀ ਵਾਪਸ ਆਉਣਗੇ ਟਮਾਟਰ। ਅੱਛਾ, ਫਿਰ ਜਦੋਂ ਵੋਟਾਂ ਪੈਣ ਲੱਗੀਆਂ ਨਾ, ਤੁਸੀਂ ਵੀ ਕਿਆ ਕਰੋ, ਜਲਦੀ ਹੀ ਪਾਵਾਂਗੇ ਵੋਟ। ਬਹੁਤ ਜਲਦੀ ਵੋਟ ਪਾਉਣ ਬਾਰੇ ਵਿਚਾਰ ਕਰ ਰਹੇ ਹਾਂ। ਹਾਂ ਬਿਲਕੁਲ ਸਹੀ। ਪਰ ਤੁਸੀਂ ਇਹ ਵੇਖੋ ਟੈਣਾ ਸਾਹਿਬ, ਵੀ ਇੰਨਾ ਚਾਅ ਚੜਿਆ ਮੈਨੂੰ ਇਹ ਖਬਰ ਪੜ੍ਹ ਕੇ ਨਾ, ਸੱਚੀ ਕਹਿੰਦੀ ਆ ਵੀ ਟਮਾਟਰ ਵਾਪਸ ਆ ਜਾਣੇ। ਅੱਛਾ, ਹਾਂ। ਅਸਲ ਵਿੱਚ ਸਬਜ਼ੀਆਂ ਦੇ ਰੰਗ ਹੀ ਅਜੀਬ ਜਿਹੇ ਲੱਗਣ ਲੱਗ ਗਏ ਸੀ। ਹਾਂ, ਕਿਉਂਕਿ ਹਰ ਇੱਕ ਬੰਦਾ, ਹਰ ਇੱਕ ਦੀ ਪਹੁੰਚ 'ਚ ਟਮਾਟਰ ਹੈ ਨਹੀਂ ਟੈਣਾ ਸਾਹਿਬ। ਹਰ ਇੱਕ ਬੰਦਾ ਗੁਰੇਜ਼ ਕਰਦਾ ਹਨਾ ਵੀ ਚਲੋ ਕੋਈ ਨਹੀਂ, ਐਤਕੀ ਸਬਜ਼ੀ ਟਮਾਟਰ ਬਿਨਾ ਬਣਾ ਲਓ, ਤੜਕਾ ਟਮਾਟਰ ਬਿਨਾ ਲਾ ਦੋ ਹਨਾ। ਤੇ ਉਹਦੇ ਕਰਕੇ ਰੰਗ ਜੇ ਬਦਲੇ ਹੋਏ ਸੀ ਹਰ ਇੱਕ ਚੀਜ਼ ਦੇ। ਨਹੀਂ ਮੈਨੂੰ ਇੱਕ ਗੱਲ ਦੱਸੋ ਜੀ, ਵੀ ਕੱਲ ਜਦੋਂ ਮੈਂ ਰੋਟੀ ਲੈ ਕੇ ਆਇਆ, ਜਦੋਂ ਆਪਾਂ ਸਾਰਿਆਂ ਨੇ ਸਾਥੀਆਂ ਨੇ ਖਾਧੀ, ਹਾਂਜੀ, ਤਾਂ ਮੇਰੀ ਸਬਜ਼ੀ ਸੀਗੀ ਜਿਹੜੀ ਉਹ ਬੈਂਗਣੀ ਸੀ। ਜੀ, ਬੈਂਗਣੀ ਸੀ, ਹਾਂ ਸੀ, ਹਰੇ ਰੰਗ ਦੀ ਬੈਂਗਣੀ ਸੀ, ਹਰੇ ਰੰਗ ਦੀ। ਹਾਂਜੀ, ਕਿਸੇ ਨੇ ਖਾਧੀ? ਮੈਂ ਖਾਧੀ। ਜਿੰਨੀ ਹੀ ਖਾਧੀ ਮੈਨੂੰ ਪਤਾ। ਮੈਂ ਚਾਹ ਹੋਰ ਵਧੀਆ ਚੀਜ਼ਾਂ ਆਈਆਂ ਤੇ ਮੇਰੀ ਬੈਂਗਣੀ ਛੱਡਤੀ। ਤੇ ਹਾਲੇ ਕਹਿੰਦੇ ਹਰੀਆਂ ਸਬਜ਼ੀਆਂ ਨੂੰ ਪਿਆਰ ਕਰਿਆ ਕਰੋ। ਉਹ ਨਹੀਂ, ਮੈਂ ਜਿੰਨੀ ਵੀ ਖਾਧੀ ਟੈਣਾ ਸਾਹਿਬ, ਹਾਂ। ਮੈਂ ਵੀ ਖਾਧੀ, ਆਪਣੇ ਐਡੀਟਰ ਸਾਥੀਆਂ ਨੇ ਵੀ ਖਾਧੀ। ਤੁਹਾਨੂੰ ਹੀ ਭੁਲੇਖਾ ਹੈ, ਮੈਨੂੰ ਲੱਗਦਾ ਤੁਸੀਂ ਨਹੀਂ ਖਾਧੀ। ਅੱਛਾ ਅੱਛਾ, ਤੁਸੀਂ ਹਰੀ ਸਬਜ਼ੀ ਖਾਧੀ? ਬਿਲਕੁਲ, ਹਰੀਆਂ ਹੀ ਖਾਣਾ ਮੈਂ, ਚਿੱਟੀਆਂ ਸਬਜ਼ੀਆਂ ਖਾਣਾ। ਹੋਰ ਨਹੀਂ ਪਰ ਮੈਂ ਤਾਂ ਬਸ ਇਹ ਕਹਿੰਨੀ ਆ ਕਿ ਹੁਣ ਤੁਸੀਂ ਘਬਰਾਓ ਨਾ, ਟਮਾਟਰ ਵਾਪਸ ਆ ਜਾਣੇ। ਪਰ ਕਹਿੰਦੇ ਪਿਆਜ਼ ਰਵਾ ਸਕਦਾ ਹੈ। ਹਾਂ, ਪਿਆਜ਼ ਰਵਾਊਗਾ ਹੀ, ਜਦੋਂ ਪਿਆਜ਼ ਹਟ ਗਿਆ ਫਿਰ ਟਮਾਟਰ ਆ ਜਾਊਗਾ। ਹਾਂ, ਭਾਈਚਾਰਾ ਇਹਨਾਂ ਦਾ। ਪਰ ਮੈਨੂੰ ਇੱਕ ਗੱਲ ਦੀ ਬੜੀ ਹੈਰਾਨੀ ਹੁੰਦੀ ਹੈ ਟੈਣਾ ਸਾਹਿਬ, ਵੀ ਜਦੋਂ ਹਲੇ ਪਿੱਛੇ ਹੀ ਖਬਰ ਘੁੰਮ ਰਹੀ ਹੋਵੇ ਨਾ ਕਿ ਟਮਾਟਰ ਮਹਿੰਗੇ ਹੋ ਸਕਦੇ ਨੇ, ਉਦੋਂ ਹੀ ਰੇਹੜੀਆਂ ਤੇ ਮਹਿੰਗੇ ਹੋ ਜਾਂਦੇ ਆ। ਤੇ ਜਦੋਂ ਹੁਣ ਇਹ ਖਬਰ ਆਈ ਹੈ ਵੀ ਟਮਾਟਰ ਸਸਤੇ ਹੋ ਸਕਦੇ ਨੇ, ਤੇ ਉਦੋਂ ਹੀ ਸਸਤੇ ਵੀ ਕਰਨੇ ਚਾਹੀਦੇ ਉਹਨਾਂ ਨੂੰ। ਬਿਲਕੁਲ ਚਾਹੀਦੇ ਆ, ਪਰ ਐ ਕਰਨੇ ਕਿਹਨੇ ਆ? ਕੋਈ ਨਹੀਂ ਮੰਨਦਾ ਕਿਸੇ ਦੀ। ਸਹੀ ਗੱਲ ਹੈ। ਨੋ ਮੰਨ ਕੇ ਨਹੀਂ ਰਾਜ਼ੀ ਕੋਈ। ਹਾਂ, ਪਰ ਮੰਨਣੀ ਚਾਹੀਦੀ ਹੈ। ਹਾਂ, ਤੇ ਪਰ ਗੱਲ ਇਹ ਹੈ ਕਿ ਇਹ ਜਿਹੜੀਆਂ ਸਬਜ਼ੀਆਂ ਨੇ ਨਾ, ਵੈਸੇ ਡਾਕਟਰ ਕਹਿੰਦੇ ਨੇ ਕਿ ਜਿਨ੍ਹਾਂ ਸਬਜ਼ੀਆਂ ਦੇ ਵਿੱਚ ਬੀ ਹੋਵੇ, ਚਾਹੇ ਉਹ ਖੀਰਾ ਆ, ਚਾਹੇ ਉਹ ਟਮਾਟਰ ਆ, ਚਾਹੇ ਹੋਰ ਜਿਹੜੀਆਂ ਸਬਜ਼ੀਆਂ ਨੇ ਜਿਨ੍ਹਾਂ 'ਚ ਬੀ ਹੋਵੇ, ਜਿਨ੍ਹਾਂ ਲੋਕਾਂ ਨੂੰ ਪੱਥਰੀ ਦੀ ਸਮੱਸਿਆ, ਕਹਿੰਦੇ ਉਹਨਾਂ ਨੂੰ ਨਹੀਂ ਖਾਣੀਆਂ ਚਾਹੀਦੀਆਂ। ਅੱਛਾ, ਹਾਂ, ਪੱਥਰੀ ਬਣ ਜਾਂਦੀ ਹੈ। ਨਹੀਂ ਹੁਣ ਹੀ ਬਣ ਲੱਗੀ ਆ, ਪਹਿਲਾਂ ਤਾਂ ਕਦੇ ਦੇਖਿਆ ਨਹੀਂ। ਚਿਬੜਾਂ ਦੀ ਚਟਣੀ ਬਣਾਉਂਦੇ ਸੀਗੇ। ਹਾਂਜੀ, ਤੇ ਚਿਬੜ ਦੇ ਵਿੱਚ ਬੀ ਹੁੰਦੇ ਆ। ਹਾਂਜੀ, ਕਿੰਨੇ ਵੱਡੀ ਮਾਤਰਾ 'ਚ ਬੀ ਹੁੰਦੇ ਆ। ਹਾਂ, ਕੂੰਡੇ ਦੇ ਵਿੱਚ ਰਗੜੀ ਜਾਣਾ ਕਰਕੇ ਘੋਟੜੇ ਨਾਲ, ਮੇਰੀ ਤਾਂ ਜ਼ਿੰਮੇਵਾਰੀ ਹੁੰਦੀ ਸੀ ਇਹ। ਅੱਛਾ ਜੀ, ਹੈ ਤੇ ਪਰ ਕਦੇ ਨਹੀਂ ਕੋਈ ਪੱਥਰੀ ਹੋਈ ਸੀਗੀ। ਆ ਹੁਣ ਤੀਜੇ ਦਿਨ ਪਤਾ ਲੱਗਦਾ ਜੀ ਟਮਾਟਰ 'ਚ ਬੀ ਹੁੰਦੇ ਹਨ, ਇਹ ਖਾਓ ਨਾ, ਅਖੇ ਜੀ ਪੱਥਰੀ ਬਣ ਜਾਂਦੀ ਹੈ ਜੀ, ਇਹ ਪੱਥਰੀ ਐ ਹੋ ਜਾਂਦੀ ਹੈ, ਪੱਥਰੀ ਆਹ ਕਰ ਦਿੰਦੀ ਹੈ। ਇਹ ਮੈਨੂੰ ਲੱਗਦਾ ਨਾ ਇਹ ਸਾਰਾ ਕੁਝ ਬਾਜ਼ਾਰ ਨਾਲ ਜੁੜ ਗਿਆ। ਸਹੀ, ਇਹ ਡਾਕਟਰੀ ਲਿਹਾਜ਼ ਦੇ ਨਾਲ ਵੀ ਬਾਜ਼ਾਰ ਨਾਲ ਗੱਲਾਂ ਜੋੜੀਆਂ ਗਈਆਂ। ਇਹ ਭਾਈ ਪੱਥਰੀ ਬਣ ਜਾਂਦੀ ਹੈ, ਐਂ ਹੋ ਜਾਂਦਾ। ਪੱਥਰੀ ਤਾਂ ਉਹਨਾਂ ਦੇ ਵੀ ਬਣ ਜਿਹੜੇ ਟਮਾਟਰ ਨਹੀਂ ਖਾਂਦੇ। ਹਾਂ, ਪਰ ਨਹੀਂ, ਕੋਈ ਨਾ ਕੋਈ ਤਾਂ ਇਹਦੇ ਪਿੱਛੇ ਟੈਣਾ ਸਾਹਿਬ, ਕੋਈ ਨਾ ਕੋਈ ਤਾਂ ਵਿਗਿਆਨਿਕ ਕਾਰਨ ਹੋਊਗਾ, ਕੋਈ ਨਾ ਕੋਈ ਸਾਇੰਟੀਫਿਕਲ ਵਿਗਿਆਨਕ ਕਾਰਨ ਕੋਈ ਨਾ ਕੋਈ ਤਾਂ ਹੋਊਗਾ ਹੀ ਇਹਦੇ ਵਿੱਚ। ਤਾਂ ਹੀ ਉਹ ਕਹਿੰਦੇ ਨੇ। ਸੋ ਵੈਸੇ ਵੀ ਮਹਿੰਗੀ ਚੀਜ਼ ਆ ਜਿਹੜੀ, ਉਹਨੂੰ ਇਹੀ ਕਹਿ ਕੇ ਬਹਾਨਾ ਮਾਰ ਲਓ ਵੀ ਪੱਥਰੀ ਹੋ ਜੂ, ਟਮਾਟਰ ਨਹੀਂ ਖਾਣਾ। ਹਾਂ, ਬਿਲਕੁਲ ਸਹੀ ਗੱਲ ਆ। ਤੇ ਬਾਕੀ ਟਮਾਟਰ ਚਾਹੇ ਮਹਿੰਗੇ ਹੋਣ ਜਾਂ ਨਾ ਹੋਣ, ਉਧਰ ਅਗਲਿਆਂ ਨੇ ਸੈਂਡਵਿਚ ਕੱਟਣ ਦੇ 180 ਰੁਪਏ ਲੈ ਲੇ। ਨਹੀਂ, ਸੈਂਡਵਿਚ ਬਣਾਉਣ ਦੇ ਕਿ ਸੈਂਡਵਿਚ ਕੱਟਣ ਦੇ? ਕੱਟਣ ਦੇ ਕਿਵੇਂ? ਕਾਪਾ ਵੱਖਰਾ ਲੈ ਕੇ ਆਏ ਸੀ? ਉਹ ਨਹੀਂ, ਅਸਲ ਦੇ ਵਿੱਚ ਇਟਲੀ ਦੀ ਖਬਰ ਆ। ਇਟਲੀ ਦੇ ਵਿੱਚ ਨਾ ਇੱਕ ਲੇਕ ਕੋਮੋ ਇਲਾਕਾ ਹੈ। ਲੇਕ ਕੋਮੋ ਉੱਥੇ ਕਹਿੰਦੇ ਆ ਕਿ ਇੱਕ ਬਹੁਤ ਵਧੀਆ ਕੋਈ ਰੈਸਟੋਰੈਂਟ ਹੋਊਗਾ, ਤੇ ਉੱਥੇ ਜਦੋਂ ਕੋਈ ਗਾਹਕ ਗਿਆ ਖਾਣ ਦੇ ਲਈ, ਤਾਂ ਸੈਂਡਵਿਚ, ਤੁਹਾਨੂੰ ਪਤਾ ਨਾ ਕਈ ਵਾਰ ਉਹਦਾ ਆਕਾਰ ਬਹੁਤ ਵੱਡਾ ਹੁੰਦਾ, ਤਾਂ ਉਹਨੇ ਕਿਹਾ ਭਾਈ ਇਹਨੂੰ 2 ਹਿੱਸਿਆਂ ਦੇ ਵਿੱਚ ਕੱਟ ਦੇ। ਪੂਰਾ ਪਿਸਤੌਲ ਨੂੰਮਾ ਸੈਂਡਵਿਚ। ਹਾਂ, ਵੀ ਇਹਨੂੰ 2 ਹਿੱਸਿਆਂ ਦੇ ਵਿੱਚ ਕੱਟ ਦੇ, ਵੀ ਅਸੀਂ ਅੱਧਾ ਕਰਕੇ ਖਾ ਲਾਂਗੇ। ਉਹ ਕੱਟਣ ਦੇ ਹੀ 180 ਰੁਪਏ ਵਸੂਲ ਲਏ ਅਗਲਿਆਂ ਨੇ। ਉਹਨਾਂ ਨੇ ਬਿੱਲ ਦੇ ਵਿੱਚ ਲਿਖਿਆ ਹੋਇਆ ਕਿ ਭਾਈ ਇੰਨੇ ਤੁਹਾਡੇ ਸੈਂਡਵਿਚ ਦੇ ਤੇ ਇੰਨੇ ਸੈਂਡਵਿਚ ਕਟਾਈ ਦੇ। ਹਾਂ, ਜੋ ਤੁਸੀਂ ਬਾਅਦ ਦੇ ਵਿੱਚ ਕਿਹਾ 180 ਰੁਪਏ ਉਹਦੇ ਲੱਗੇ ਆ। ਬਿਲਕੁਲ ਸਹੀ। ਤੁਸੀਂ ਵੇਖੋ 180 ਰੁਪਏ ਸੈਂਡਵਿਚ ਕੱਟਣ ਦੇ, ਤੇ ਇੱਥੇ ਰੇੜੀ ਦੇ ਉੱਤੇ 50 ਦਾ ਸੈਂਡਵਿਚ ਮਿਲ ਜਾਂਦਾ, 40 ਦਾ ਵੀ ਮਿਲਦਾ। ਹਾਂ, ਤੇ ਉਹਨਾਂ ਨੇ ਕਦੇ ਨਹੀਂ ਕੱਟਣ ਦੇ ਪੈਸੇ ਲਏ। ਤਾਂਹੀਓ ਮੈਂ ਲੇਕ ਕੋਮੋ ਨਹੀਂ ਜਾਂਦਾ। ਲੇਕ ਕੋਮੋ ਵਾਲੇ ਤਾਂ ਲਿਟੀ ਜਾਂਦੇ ਸੀ, ਇੱਥੇ ਆ ਕੇ ਸੈਂਡਵਿਚ ਖਾਵੇ। ਭਾਈ ਮਹਿੰਗਾਈ ਬਹੁਤ ਆ।
ਜੀ ਮਹਿੰਗਾਈ ਤਾਂ ਵਾਕਈ ਬਹੁਤ ਆ, ਪਰ ਮੈਂ ਤੁਹਾਨੂੰ ਦੱਸਾਂ ਆਪਾਂ ਨਾ ਸੈਂਡਵਿਚ ਕੱਟਣ ਦੀ ਦੁਕਾਨ ਪਾ ਲਈਏ। ਤੁਸੀਂ ਸਾਡੇ ਕੋਲ ਆਓ, ਸੈਂਡਵਿਚ ਕਟਵਾਓ। 180 ਨਾਲ ਸੀ 150 ਹੀ ਦੇ ਜਾਓ, ਫਾਇਦੇ ਚ ਰਵਾਂਗੇ। ਤੇ ਮੈਨੂੰ ਉਧਰੋਂ ਖਬਰਾਂ ਦਾ ਫੋਨ ਆ ਜਾਣਾ ਤੇ ਮੈਂ ਕਹਣਾ ਚੱਬ ਲਾ ਇਹਨੂੰ, ਤੇਰੇ ਦੰਦ ਦੁਖਦੇ ਆ। ਹਾਂ, ਇਹ ਸਟੀਲ ਦਾ। ਆਪਾਂ ਇਸ ਹਿਸਾਬ ਨਾਲ ਤਾਂ ਕੋਈ ਕਾਰੋਬਾਰ ਨਹੀਂ ਖੋਲ ਸਕਦੇ। ਲਓ ਜੀ ਹਾਜ਼ਰ ਹੈ ਜੱਜ ਦਾ ਵਿਚਾਰ। ਹਰਮਨ ਜੀ, ਅੱਜ ਨਾ ਸਵੇਰੇ ਸਵੇਰੇ ਮੈਨੂੰ ਨਾ ਇੱਕ ਸੱਜਣ ਨੇ ਚੁਟਕਲਾ ਭੇਜਤਾ। ਅੱਛਾ ਜੀ। ਕਹਿੰਦੇ ਵੀ ਕਰੋਨਾ ਮਹਾਮਾਰੀ ਦੇ ਵਿੱਚ ਦੋ ਔਰਤਾਂ ਗੱਲ ਕਰ ਰਹੀਆਂ। ਇੱਕ ਜਣੀ ਦੂਜੀ ਨੂੰ ਕਹਿੰਦੀ ਵੀ ਹੁਣ ਤਾਂ ਤੂੰ ਦੇਖ ਵਿਟਾਮਿਨ ਵੀ ਬੜੇ ਖਾਨੀ ਆ, ਤੂੰ ਫਲਾਣਾ ਦੁਸ਼ਾਂਦਾ ਵੀ ਪੀਨੀ ਆ, ਫਲਾਣੀ ਚੀਜ਼ ਵੀ ਖਾਨੀ ਆ, ਤੇਰੀ ਇਮਿਊਨਿਟੀ ਕਿੰਨੀ ਕੁ ਤਾਕਤਵਰ ਹੋ ਗਈ, ਸਟਰੋਂਗ ਕਿੰਨੀ ਕੁ ਹੋ ਗਈ, ਤੇਰਾ ਅੰਦਰੂਨੀ ਤੰਤਰ ਕਿੰਨਾ ਕੁ ਜਿਹੜਾ ਸਟਰੋਂਗ ਤਾਕਤਵਰ ਹੋ ਗਿਆ, ਉਹ ਕਦੀ ਬਥੇਰਾ ਹੀ ਹੋ ਗਿਆ। ਕਹਿੰਦੀ ਕਿਵੇਂ? ਕਹਿੰਦੀ ਪਹਿਲਾਂ ਮੈਂ ਆਪਦੇ ਘਰ ਵਾਲੇ ਨਾਲ 5 ਮਿੰਟ ਲੜਦੀ ਸੀ ਨਾ, ਮੇਰਾ ਸਾਹ ਚੜ ਜਾਂਦਾ ਸੀ, ਹੁਣ ਮੈਂ ਲਗਾਤਾਰ 2.5 ਘੰਟੇ ਲੜਾ, ਮੇਰਾ ਬਿਲਕੁਲ ਨਹੀਂ ਸਾਹ ਚੜਦਾ। ਕਹਿੰਦੀ ਹੁਣ ਤਾਂ ਮੈਂ ਫੱਟੇ ਹੀ ਚੱਕ ਦਿੰਨੀ ਆ। ਹਾਂ, ਕੀ ਬਾਤ ਹੈ। ਇਮਿਊਨਿਟੀ ਐ ਸਟਰੋਂਗ ਹੋ ਗਈ ਉਹਦੀ। ਕਈਆਂ ਦੀ ਹੋ ਜਾਂਦੀ ਹੈ। ਹਾਂ ਬਿਲਕੁਲ ਹੋ ਜਾਂਦੀ ਹੈ। ਟਾਣਾ ਸਾਹਿਬ ਦੇ ਆਪਾਂ ਖਬਰਾਂ ਵੱਲ ਨੂੰ ਵਧੀਏ। ਆ ਇਦਾਂ ਦੀਆਂ ਗੱਲਾਂ ਛੱਡੋ, ਕਈਆਂ ਦੀ ਇਮਿਊਨਿਟੀ ਵੈਸੇ ਹੀ ਬੜੀ ਸਟਰੋਂਗ ਹੁੰਦੀ ਹੈ। ਆਪਾਂ ਕਈ ਤਾਂ ਬੰਦੇ ਨਾ ਸੱਚੀ ਮੁੱਚੀ ਦਾਰੂ ਦੀ ਬੋਤਲ ਪੀ ਕੇ ਵੀ ਸਹੀ ਤੇ ਥਿੜਕਦੇ ਹੀ ਨਹੀਂ, ਡਿੱਗਦੇ ਹੀ ਨਹੀਂ। ਤੇ ਉਹਨਾਂ ਦੇ ਬਹਾਨੇ ਸੁਣਨ ਵਾਲੇ ਹੁੰਦੇ ਆ। ਟਾਣਾ ਸਾਹਿਬ ਕਹਿਣਗੇ ਚੜਦੀ ਨਹੀਂ, ਆਪਾਂ ਨੂੰ ਤਾਂ ਕਿੱਥੇ ਚੜਦੀ ਹੈ ਨਾ ਕਦੇ। ਜਦੋਂ ਤੁਹਾਨੂੰ ਚੜੀ ਲੱਥੀ ਦੀ ਨਹੀਂ ਤੇ ਉਹ ਤੁਹਾਨੂੰ ਕਾਦੀ ਚੜਦੀ ਹੈ? ਬਿਲਕੁਲ ਸਹੀ ਹੈ। ਬੋਤਲ ਪੀ ਕੇ ਤੇ ਐਂ ਰੋੜ ਦੇਣਗੇ। ਤੇ ਜਿਹੜੇ ਬੰਦੇ ਬੋਤਲ ਨੂੰ ਇਉਂ ਰੋੜ ਦਿੰਦੇ ਆ ਤੇ ਨਿਆਣੇ ਨੂੰ ਕਹਿਣਗੇ ਵੀ ਕਿਤਾਬਾਂ ਹਾਲੇ ਮਹੀਨਾ ਠਹਿਰਨਾ ਪੈਣਾ, ਹੱਥ ਤੰਗ ਆ, ਤੇ ਭਾਈ ਮਾੜਾ ਮੋਟਾ ਅਕਲ ਨੂੰ ਹੱਥ ਮਾਰਿਆ ਕਰੋ ਜੀ, ਉਹ ਜ਼ਰੂਰੀ ਆ ਨਹੀਂ। ਬਿਲਕੁਲ ਸਹੀ ਹੈ। ਤੇ ਕਈ ਬੰਦੇ ਇੱਕ ਪੈਗ ਲਾ ਕੇ ਜੇ ਹੋਰ ਗੱਲਾਂ ਕਰਨ ਲੱਗ ਜਾਣਗੇ, ਉਹ ਉੱਥੇ ਹੋਰ 1972 ਦੀ ਐਸੀ ਗੱਲ ਕੱਢ ਕੇ ਲਿਆਉਣਗੇ ਵੀ ਇੱਕ ਐਂ ਵੀ ਸੀ, ਇੱਕ ਓਂ ਵੀ ਸੀ, ਇੱਕ ਇੱਧਰ ਵੀ ਸੀ ਤੇ ਇੱਕ ਉਧਰ ਵੀ ਸੀ। ਉਦੋਂ ਮਿਲਣੀ ਵੇਲੇ ਤੇਰੇ ਬਾਪੂ ਨੇ ਐ ਕੀਤਾ, ਕੰਬਲ ਦੇ ਬੰਬਲ ਮੇਰੇ ਵਾਲੇ ਤੇ ਛੋਟੇ ਸੀ, ਹੋਰ ਹੀ ਗੱਲਾਂ ਕੱਢੀ ਜਾਣਗੇ। ਨਾ ਪੀਓ, ਨਹੀਂ ਹਜ਼ਮ ਹੁੰਦੀ, ਵੈਸੇ ਵੀ ਨਾ ਪੀਓ, ਹਜ਼ਮ ਹੋਵੇ ਨਾ ਹੋਵੇ। ਪਰ ਆਪਾਂ ਅੱਗੇ ਵਧਦੇ ਹਾਂ, ਹੁਣ ਖਬਰਾਂ ਦੀ ਗੱਲ ਕਰਦੇ ਹਾਂ। ਰਾਜਸਥਾਨ ਦੇ ਦੌਸਾ ਦੇ ਵਿੱਚ ਕਹਿੰਦੇ ਇੱਕ ਕੈਮੀਕਲ ਦੇ ਨਾਲ ਭਰਿਆ ਹੋਇਆ ਟਰੱਕ ਹੀ ਪਲਟ ਗਿਆ। ਟਰੱਕ ਪਲਟ ਗਿਆ, ਮਾੜਾ ਹੋਇਆ, ਪਰ ਜੋ ਲੋਕਾਂ ਨੇ, ਮੈਂ ਕੀ ਕਵਾਂ, ਕਹਿਣਾ ਤਾਂ ਮੈਂ ਚਾਹੁੰਦਾ ਸੀ ਚਵਲ ਮਾਰੀ, ਪਰ ਮੈਂ ਕਹਿੰਦਾ ਨਹੀਂ, ਪਰ ਜੋ ਲੋਕਾਂ ਨੇ ਕੀਤਾ ਉਹ ਉਸ ਤੋਂ ਵੀ ਮਾੜੀ ਗੱਲ ਆ। ਕੀ ਕੀਤਾ ਜੀ? ਲੋਕ ਸਾਰਾ ਕੈਮੀਕਲ ਹੀ ਚੱਕ ਕੇ ਲੈ ਗਏ। ਕੈਮੀਕਲ ਕੀ ਕਰਨਾ ਸੀ? ਕਹਿੰਦੇ ਦੇਸੀ ਘਿਓ ਆ ਇਹ, ਉਹ ਬਿਲਕੁਲ ਚਿੱਟੇ ਰੰਗ ਦਾ ਸੀ ਕੈਮੀਕਲ, ਦੇਸੀ ਘਿਓ ਵਰਗਾ। ਲੋਕਾਂ ਨੇ ਘਰੇ ਕੋਈ ਪੀਪੀ ਨਹੀਂ ਛੱਡੀ, ਲੋਕਾਂ ਨੇ ਕੋਈ ਬਾਲਟੀ ਨਹੀਂ ਛੱਡੀ, ਕੋਈ ਡੋਲੂ ਨਹੀਂ ਛੱਡਿਆ, ਕੋਈ ਧਾਮਾ ਨਹੀਂ ਛੱਡਿਆ, ਕੋਈ ਜੱਗ ਨਹੀਂ ਛੱਡਿਆ। ਜਿਹੜੀ ਚੀਜ਼ ਹੱਥ ਦੇ ਵਿੱਚ ਆ ਗਈ ਲੋਕ ਕੈਮੀਕਲ ਹੀ ਚੱਕ ਚੱਕ ਘਰੇ ਲੈ ਗਏ। ਪੁਲਿਸ ਰੋਕਦੀ ਰਹੀ ਵੀ ਇਹ ਉਹ ਚੀਜ਼ ਨਹੀਂ, ਕਹਿੰਦੇ ਸਾਨੂੰ ਸਭ ਪਤਾ ਇਹ ਉਹੀ ਚੀਜ਼ ਆ। ਹਾਂ, ਕਈਆਂ ਨੇ ਤਾਂ ਮੈਨੂੰ ਲੱਗਦਾ ਰੋਟੀਆਂ ਵੀ ਚੋਪੜ ਚੋਪੜ ਖਾ ਲੀਆਂ ਹੋਣੀਆਂ। ਮੈਂ ਨਾ ਉਹ ਆਪ ਹੀ ਚੋਪੜੇ ਜਾਣੇ ਬਾਅਦ ਚ। ਬਈ ਹੱਦ ਹੀ ਹੋ ਗਈ, ਕੁਛ ਤਾਂ ਦੇਖ ਲਓ ਵੀ ਕਿਹੜੀ ਚੀਜ਼ ਜ਼ਰੂਰੀ ਹੈ, ਕੀ ਚੀਜ਼ ਹੈ ਕੀ ਨਹੀਂ, ਪਤਾ ਨਹੀਂ। ਆ ਗੰਦੀਆਂ ਆਦਤਾਂ ਕਿਉਂ ਨਹੀਂ ਜਾਂਦੀਆਂ? ਦੇਸੀ ਘਿਓ ਵੀ ਹੋਵੇ ਜੀ ਤਾਂ ਆਪਾਂ ਪਹਿਲਾਂ ਦੱਸੋ ਵੀ ਸੁਮੋ ਪਹਿਲਵਾਨਾਂ ਨਾਲ ਮੱਥਾ ਲਾਉਂਦੇ ਰਹੇ ਆ ਜਾਪਾਨ ਚ ਜਾ ਕੇ। ਜੇ ਨਾ ਖਾਵਾਂਗੇ, ਜੇ ਦੇਸੀ ਘਿਓ ਹੋਵੇ, ਤੇ ਜੇ ਆਪਾਂ ਧੱਕੇ ਦੇ ਨਾਲ ਚੱਕ ਕੇ ਨਾਲ ਜਾਵਾਂਗੇ ਤੇ ਤਾਂ ਕਿਹੜਾ ਆਪਣੇ ਸਵਾਸ ਪੂਰੇ ਹੋ ਜਾਣੇ ਆ। ਨਾਲੇ ਵੈਸੇ ਵੀ ਜੇ ਉਹ ਟਰੱਕ ਨਾ ਪਲਟਦਾ ਤਾਂ ਵੀ ਜਿਉਂਦਾ ਹੀ ਸੀ। ਤੇ ਤੁਸੀਂ ਇਸ ਗੱਲ ਦੀ ਸੁਖਸਾਨ ਮੰਗੋ ਵੀ ਉਹ ਬੰਦਾ ਤੰਦਰੁਸਤ ਹੋਵੇ ਜਿਹੜਾ ਟਰੱਕ ਪਲਟਿਆ, ਉਹਦਾ ਕੋਈ ਫਿਕਰ ਨਹੀਂ। ਇੱਥੇ ਕੋਈ ਸੇਬਾਂ ਵਾਲੇ ਦੇ ਦੁਆਲੇ ਹੋ ਜਾਂਦਾ, ਕੋਈ ਦਾਰੂ ਦਾ ਟਰੱਕ ਪਲਟ ਗਿਆ ਪਿੱਛੇ ਜੇ ਆਪਾਂ ਖਬਰ ਸਾਂਝੀ ਕੀਤੀ ਸੀ, ਉਹਨੂੰ ਨਹੀਂ ਚੱਕਿਆ। ਉਹ ਦਾਰੂ ਦੀਆਂ ਟੁੱਟੀਆਂ ਬੋਤਲਾਂ ਦੇ ਥੱਲੇ ਬਾਲਟੀਆਂ ਲਾ ਲਈਆਂ ਵੀ ਭਾਈ ਕੋਈ ਤਾਂ ਐਂ ਹੀ ਪੀ ਜਾਂਦਾ ਹੈ ਕਰਕੇ। ਪਤਾ ਨਹੀਂ, ਬਹੁਤ ਬੁਰਾ ਹਾਲ ਹੈ ਸੱਚੀ। ਲੋਕਾਂ ਨੂੰ ਪਤਾ ਨਹੀਂ ਕਿਉਂ ਸਮਝ ਨਹੀਂ ਆਉਂਦੀ, ਕਿੰਨਾ ਕਚੇਰੇ ਚੀਜ਼ਾਂ ਖਾ ਲਾਂਗੇ। ਮੰਨ ਲਓ ਜੇ ਉਹ ਦੇਸੀ ਘਿਓ ਵੀ ਹੋਵੇ, ਤੁਸੀਂ ਭਾਂਡੇ ਭਰ ਲਏ, ਕਿੰਨਾ ਕੁ ਚਿਰ ਚੱਲ ਜੂ ਸਾਰਾ ਕੁਝ। ਸਹੀ ਗੱਲ ਆ। ਮਤਲਬ ਹੱਦ ਹੁੰਦੀ ਕਿਸੇ ਚੀਜ਼ ਦੀ। ਅਸੀਂ ਇਹ ਵੀ ਨਹੀਂ ਸੋਚਦੇ ਵੀ ਇਹ ਚੀਜ਼ ਸਾਡੀ ਸਿਹਤ ਲਈ ਚੰਗੀ ਆ, ਮਾੜੀ ਆ, ਕੀ ਹੈ ਕੀ ਨਹੀਂ। ਵੀ ਦੱਸ ਕੈਮੀਕਲ ਹੀ ਭਰ ਭਰ ਕੇ ਲੈ ਗਏ ਹੋ ਤੁਸੀਂ। ਦੁੱਖ ਹੁੰਦਾ ਇਹਨਾਂ ਗੱਲਾਂ ਦੇ ਕਰਕੇ। ਇਸੇ ਕਰਕੇ ਮੈਂ ਕਹਿਣਾ ਹੁੰਦਾ ਬੇਤਰਤੀਬੀ ਜ਼ਿੰਦਗੀ ਹੋ ਗਈ ਆ। ਸੱਭਿਅਕ ਮਨੁੱਖ ਨਹੀਂ ਅਸੀਂ, ਸੋਝੀ ਬੇਤਰਤੀਬੀ ਹੋ ਗਈ। ਗਿਣਤੀ ਦੇ ਵਿੱਚ ਬਹੁਤ ਵੱਡੇ ਆ, ਵੀ ਭਾਰਤ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਵਸਦੇ ਹਨ, ਬਿਲਕੁਲ ਠੀਕ ਆ। ਪਰ ਉਸ ਗਿਣਤੀ ਦੇ ਵਿੱਚੋਂ ਕਿੰਨੇ ਫੀਸਦੀ ਲੋਕ ਆ ਜਿਹੜੇ ਸੱਭਿਅਕ ਹਨ, ਸਹੀ, ਜਿਹੜੇ ਕਤਾਰ ਦੇ ਵਿੱਚ ਖੜ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਆ। ਨਹੀਂ ਤਾਂ ਕਿਤੇ ਤੁਸੀਂ ਕੋਈ ਚੀਜ਼ ਵੰਡਣੀ ਸ਼ੁਰੂ ਕਰੋ, ਉੱਤੋਂ ਦੀ ਆਊਗਾ ਹੱਥ ਐ ਥੋੜਾ ਨਾਸਾ ਨੂਸਾ ਲਬੇੜ ਕੇ ਵੀ ਲੈ ਜਾਣਗੇ ਪੂਰੀ ਖੋ ਕੇ। ਬਿਲਕੁਲ ਸਹੀ ਹੈ। ਤੁਸੀਂ ਇਹ ਵੇਖੋ ਟਾਣਾ ਸਾਹਿਬ, ਬਾਹਰਲੇ ਮੁਲਕਾਂ ਦੇ ਵਿੱਚ ਆਪਾਂ ਵੀ ਇਹ ਚੀਜ਼ ਵੇਖੀ ਹੈ ਕਿ ਜੇਕਰ ਤੁਸੀਂ ਕਿਤੇ ਕਿਸੇ ਦੁਕਾਨ ਦੇ ਉੱਪਰ ਗਏ ਹੋ, ਕਿਤੇ ਵੀ ਤੁਸੀਂ ਚਾਹੇ ਪਾਸੇ ਹੀ ਖੜੇ ਹੋ, ਤਾਂ ਵੀ ਪਿਛਲਾ ਬੰਦਾ ਆ ਕੇ ਤੁਹਾਨੂੰ ਇਹ ਪੁੱਛਦਾ ਵੀ ਕੀ ਤੁਸੀਂ ਕਤਾਰ ਦੇ ਵਿੱਚ ਹੋ। ਤੇ ਤੁਸੀਂ ਜੇ ਕਹਿ ਦੋ ਹਾਂ ਤੇ ਤੁਹਾਡੇ ਪਿੱਛੇ ਖੜਾ ਹੋ ਜਾਊਗਾ। ਜੇ ਤੁਸੀਂ ਕਹੋ ਨਹੀਂ ਤਾਂ ਉਹਨਾਂ ਨੂੰ ਕਹੋ ਵੀ ਇੱਧਰ ਕਤਾਰ ਆ ਤੇ ਉਧਰ ਚੁੱਪ ਕਰਕੇ ਖੜੇ ਹੋ ਜਾਣਗੇ। ਉਹਨਾਂ ਦੀ ਕੋਈ ਇੱਛਾ ਨਹੀਂ ਹੁੰਦੀ ਇਹ ਜਾਣਨ ਦੀ ਵੀ ਤੁਸੀਂ ਅੱਗੇ ਕਿਉਂ ਖੜੇ ਆ। ਤੇ ਸਾਡਿਆਂ ਨੂੰ ਸਭ ਪਤਾ ਹੁੰਦਾ ਵੀ ਭਾਈ ਇਹ ਕੀ ਲੈਣ ਆਇਆ, ਇਹਨੇ ਅੱਜ ਕਿਹੜੀ ਸਾਬਣ ਲਾਈ ਆ, ਇਹਦੀਆਂ ਕੱਛਾਂ ਚੋਂ ਮੁਸ਼ਕ ਕਿਉਂ ਮਾਰਦਾ,
ਇਹਨੇ ਲੀੜੇ ਧੋਤੇ ਪਾਏ ਕਿ ਨਹੀਂ ਪਾਏ, ਇਹਨੇ ਬੀੜੀ ਪੀਤੀ ਕਿ ਨਹੀਂ ਪੀਤੀ। ਇਹਦੇ ਘਰੇ ਕੀ ਮਾਹੌਲ ਹੈ, ਕਿਉਂਕਿ ਫੋਨ ਦੀਆਂ ਗੱਲਾਂ ਵੀ ਸੁਣਨੀਆਂ ਹੁੰਦੀਆਂ ਸੀ। ਮੈਂ ਨਾ ਕੱਲੀ ਕੱਲੀ ਗੱਲ ਜੇ ਕੋਈ WhatsApp ਤੇ ਲੱਗਾ ਹੋ ਉਤੋਂ ਨਹੀਂ ਵੇਖਣੀ, ਅੱਛਾ ਸਹੇਲੀ ਨਾਲ ਚੱਲਦੀ ਲੱਗਦੀ ਹੈ। ਪਤਾ ਨਹੀਂ ਕਿਉਂ ਦੂਜਿਆਂ ਦੀ ਜ਼ਿੰਦਗੀ ਝਾਕਣ ਦੀ ਸਾਨੂੰ ਬਹੁਤ ਆਦਤ ਹੈ। ਲਓ ਜੀ ਹਾਜ਼ਰ ਹੈ ਜੱਜ ਦਾ ਵਿਚਾਰ। ਟਾਣਾ ਸਾਹਿਬ, ਕਈ ਵਾਰ ਡਾਕਟਰੀ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਹਸਪਤਾਲਾਂ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਇਹੋ ਜਿਹੀਆਂ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਨੂੰ ਪੜ੍ਹ ਕੇ ਹੈਰਾਨੀ ਹੁੰਦੀ ਹੈ ਕਿ ਇਹ ਉਹ ਲੋਕ ਨੇ ਜਿਹੜੇ ਬਾਕੀ ਦੇ ਸਾਰੇ ਡਾਕਟਰਸ ਨੂੰ, ਬਾਕੀ ਦੇ ਸਾਰੇ ਹਸਪਤਾਲਾਂ ਨੂੰ ਵੀ ਬਦਨਾਮ ਕਰਦੇ ਨੇ। ਸਾਰੇ ਡਾਕਟਰਸ ਇੱਕੋ ਜਿਹੇ ਨਹੀਂ, ਬਹੁਤ ਸਾਰੇ ਡਾਕਟਰਸ ਇਹੋ ਜਿਹੇ ਵੀ ਨੇ ਜਿਹੜੇ ਪੱਲਿਓਂ ਪੈਸੇ ਲਾ ਕੇ ਮਰੀਜ਼ ਦਾ ਇਲਾਜ ਕਰਦੇ ਨੇ। ਬਹੁਤ ਸਾਰੇ ਚੰਗੇ ਡਾਕਟਰਸ ਵੀ ਨੇ, ਪਰ ਕੁਝ ਕੁ ਇਹੋ ਜਿਹੇ ਨੇ ਜਿਹਦੇ ਕਰਕੇ ਸਾਰੇ ਦਾ ਸਾਰਾ ਜਿਹੜਾ ਮਹਿਕਮਾ ਉਹ ਬਦਨਾਮ ਹੋ ਜਾਂਦਾ ਹੈ। ਆ ਬਿਹਾਰ ਦੇ ਜਮੂਈ ਜ਼ਿਲ੍ਹੇ ਤੋਂ ਇੱਕ ਖਬਰ ਸਾਹਮਣੇ आई, मैं तस्वीरां भी वेखिया, मैं हैरान हो गई। एक मरीज ਜਿਹੜਾ ਬਿਸਤਰੇ ਦੇ ਉੱਪਰ ਲੇਟਿਆ ਹੋਇਆ ਹੈ, ਉਹਨੂੰ ਕੋਈ ਸਮੱਸਿਆ ਹੈ ਤੇ ਟਾਣਾ ਸਾਹਿਬ ਉਹਨੂੰ ਯੂਰਿਨ ਬੈਗ ਲਗਾਉਣ ਦੀ ਥਾਂ ਦੇ ਉੱਪਰ ਕੋਲਡ ਡਰਿੰਕ ਦੀ ਬੋਤਲ ਲਗਾਈ ਹੋਈ ਹੈ। ਇਹ ਅਸਲ ਦੇ ਵਿੱਚ ਨਾ ਰੇਲ ਗੱਡੀ ਦੀ ਲਪੇਟ ਦੇ ਵਿੱਚ ਬੰਦਾ ਆ ਗਿਆ ਜੀ, ਬਜ਼ੁਰਗ ਅਵਸਥਾ ਦੇ ਵਿੱਚ ਹੈ, ਰੇਲ ਗੱਡੀ ਦੀ ਮਾਰ ਦੇ ਵਿੱਚ ਆ ਗਿਆ ਤੇ ਉਹ ਹੋ ਗਿਆ ਜ਼ਖਮੀ। ਉਹਨੂੰ ਲੈ ਕੇ ਹਸਪਤਾਲ ਦੇ ਵਿੱਚ, ਬਿਹਾਰ ਦੇ ਜਮੂਈ ਜ਼ਿਲ੍ਹੇ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ, ਉੱਥੇ ਯੂਰਿਨ ਬੈਗ ਯਾਨੀ ਕਿ ਪਿਸ਼ਾਬ ਵਾਲਾ ਜਿਹੜਾ ਲਿਫਾਫਾ ਹੁੰਦਾ ਉਹ ਲਾਉਣਾ ਸੀਗਾ ਵੀ, ਕਿਉਂਕਿ ਉਹ ਕਿਹੜਾ ਤੁਰ ਫਿਰ ਸਕਦਾ, ਉਹਨੇ ਪਏ ਰਹਿਣਾ। ਪਰ ਉੱਥੇ ਉਹਦੇ ਉਹ ਨਹੀਂ ਲਾਇਆ, ਉੱਥੇ ਕੋਲਡ ਡਰਿੰਕ ਦੀ ਇੱਕ 2 ਲੀਟਰ ਵਾਲੀ ਬੋਤਲ ਲਾਤੀ, ਪੈਪ ਲਾ ਕੇ ਤੇ ਨਾਲ ਕੋਲਡ ਡਰਿੰਕ ਵਾਲੀ ਬੋਤਲ ਦੇ ਵਿੱਚ ਉਹ ਪੈਪ ਪਾਤੀ ਜੀ, ਤੇ ਇਨਫੈਕਸ਼ਨ ਵੱਧ ਗਈ, ਫੈਲ ਗਈ, ਉਸ ਬੰਦੇ ਦੀ ਮੌਤ ਹੋ ਗਈ ਆ। ਹੁਣ ਪਤਾ ਲੱਗਾ ਵੀ ਜਿਹੜੇ ਸੀਨੀਅਰ ਅਧਿਕਾਰੀ ਸਾਹਿਬਾਨ ਆ ਉਹਨਾਂ ਦੇ ਵੱਲੋਂ ਹੇਠਲੇ 2 ਅਧਿਕਾਰੀਆਂ ਨੂੰ, ਹਸਪਤਾਲ ਦੇ ਅਧਿਕਾਰੀਆਂ ਨੂੰ, ਡਾਕਟਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਆ। ਹੁਣ ਦੱਸੋ ਕਿਹੜੇ ਕਾਰਨ ਦੱਸੋ ਨੋਟਿਸ ਤੇ ਕਿਹੜਾ ਉੱਤਰ ਮਿਲੂਗਾ? ਉਹਨਾਂ ਨੇ ਇਹ ਗੱਲ ਕਹਿਣੀ ਆ ਅਸੀਂ ਤੁਹਾਡੀ ਡਿਊਟੀ ਤੇ ਨਹੀਂ ਸਾਂ, ਜਿਨ੍ਹਾਂ ਨੇ ਆਹ ਕੁਝ ਕੀਤਾ ਸਸਪੈਂਡ ਕਰ ਦਿੰਦੇ ਹਾਂ, ਪਰ ਉਸ ਬੰਦੇ ਨੇ ਆਉਣਾ ਨਹੀਂ। ਜਿਨ੍ਹਾਂ ਨੂੰ ਸਸਪੈਂਡ ਕੀਤਾ ਹੋਊਗਾ ਉਹਨਾਂ ਨੇ ਕੋਈ ਹੋਰ ਬਹਾਨਾ ਕੱਢ ਲੈਣਾ, ਪਰ ਤੁਸੀਂ ਇੱਕ ਬੰਦੇ ਦੇ ਕਾਤਲ ਹੋ। ਮੈਂ ਤਾਂ ਇਹ ਗੱਲ ਕਹਿਣਾ ਵੀ ਜਿਹੜੇ ਉਸ ਵੇਲੇ ਡਿਊਟੀ ਤੇ ਸੀਗੇ, ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ। ਬਿਲਕੁਲ ਸਹੀ, ਤੁਸੀਂ ਕਾਤਲ ਹੋ। ਬਿਲਕੁਲ ਸਹੀ। ਇਹ ਅਚਾਨਕ ਨਹੀਂ ਹੋਈ, ਇਹ ਜਾਣਬੁੱਝ ਕੇ ਕੀਤੀ ਗਈ ਗੱਲ ਆ ਜੀ। ਬਿਲਕੁਲ, ਤੁਸੀਂ ਸੋਚ ਸਮਝ ਕੇ ਉੱਥੇ ਯੂਰਿਨ ਬੈਗ ਦੀ ਜਗ੍ਹਾ ਦੇ ਉੱਪਰ ਤੁਸੀਂ ਉਹ ਬੋਤਲ ਲਗਾਈ ਹੈ ਤਾਂ ਤੁਹਾਨੂੰ ਤਾਂ ਵਾਕਈ ਸਜ਼ਾ ਹੋਣੀ ਚਾਹੀਦੀ। ਮੈਂ ਵੀ ਉਹ ਫੋਟੋਆਂ ਦੇਖੀਆਂ, ਮੈਂ ਦੰਗ ਰਹਿ ਗਿਆ ਵੀ ਯਾਰ ਇਉਂ ਥੋੜੀ ਹੁੰਦਾ, ਐ ਤਾਂ ਕਦੇ ਵੇਖਿਆ ਹੀ ਨਹੀਂ ਸੀਗਾ ਵੀ ਕੋਲਡ ਡਰਿੰਕ ਦੀ ਬੋਤਲ ਬੰਦੇ ਦੇ ਨਾਲ ਜੋੜੀ ਹੋਈ ਹੈ। ਪਤਾ ਨਹੀਂ ਕਿਉਂ ਭਾਵਨਾਵਾਂ ਹੀ ਖਤਮ ਹੋ ਗਈਆਂ ਨੇ। ਸ਼ਾਇਦ ਮੈਨੂੰ ਇਹ ਲੱਗਦਾ ਹੈ ਕਿ ਨਾ ਸੋਚਦੇ ਨਹੀਂ ਵੀ ਜੇਕਰ ਤੁਹਾਡੇ ਪਰਿਵਾਰ ਦਾ ਕੋਈ ਜੀ ਹੋਵੇ, ਜੇਕਰ ਤੁਹਾਡਾ ਆਪਣਾ ਕੋਈ ਨੇੜਲਾ ਹੋਵੇ, ਕਿ ਉਹਦੇ ਨਾਲ ਵੀ ਤੁਸੀਂ ਆਹੀ ਸਲੂਕ ਕਰੋਗੇ ਜੋ ਤੁਸੀਂ ਲੋਕਾਂ ਦੇ ਨਾਲ ਕਰਦੇ ਹੋ। ਬਹੁਤ ਦੁੱਖ ਹੁੰਦਾ, ਹੱਦ ਹੀ ਹੋਈ। ਪਰ ਇਸ ਦੇ ਬਾਵਜੂਦ ਬਹੁਤ ਸਾਰੇ ਚੰਗੇ ਡਾਕਟਰ ਸਾਹਿਬਾਨ ਵੀ ਆ, ਬੜੇ ਚੰਗੇ ਹਸਪਤਾਲ ਵੀ ਆ, ਗਰੀਬਾਂ ਦੀ ਮਦਦ ਵੀ ਕਰਦੇ ਆ। ਕਈ ਸਰਕਾਰੀ ਤੇ ਕਈ ਗੈਰ ਸਰਕਾਰੀ ਹਸਪਤਾਲਾਂ ਦੇ ਵਿੱਚ ਕੰਮ ਕਰਦੇ ਜਿਹੜੇ ਕਰਮਚਾਰੀ ਆ, ਡਾਕਟਰ ਨਰਸਾਂ ਬਹੁਤ ਚੰਗੇ ਆ, ਬਿਲਕੁਲ ਸੁਲੱਖਣੀ ਸੋਚ ਦੇ ਮਾਲਕ ਆ। ਉਹਨਾਂ ਸਾਰਿਆਂ ਦੇ ਬਾਰੇ ਤਾਂ ਨਿਸ਼ਬਦ ਹੋ ਜਾਈਦਾ ਵੀ ਜਿਹੜੇ ਗਰੀਬ ਦੀ ਬਾਹ ਫੜਦੇ ਆ। ਮੈਂ ਕਈ ਵਾਰ ਦੇਖਦਾ ਡਾਕਟਰ ਸਾਹਿਬਾਨ ਨੂੰ ਵੀ ਜੇ ਮੰਨ ਲਓ 50,000 ਦਾ ਕਿਸੇ ਦਾ ਦਾਖਲ ਹੋਣ ਦਾ ਬਿੱਲ ਬਣਿਆ ਤੇ ਉਹ 25 ਕਰ ਦਿੰਦੇ ਆ, 25 ਬਣਿਆ ਉਹ 15 ਵੀ ਕਰ ਦਿੰਦੇ ਆ। ਇਦਾਂ ਦੇ ਵੀ ਆ ਜੇ ਕਈ ਮਰੇ ਪਏ ਬੰਦੇ ਨੂੰ ਵੈਂਟੀਲੇਟਰ ਤੋਂ ਨਹੀਂ ਲਾਉਂਦੇਗੇ ਵੀ ਚਲੋ ਆਪੇ ਮੀਟਰ ਘੁੰਮੀ ਜਾਂਦਾ, ਸਾਨੂੰ ਕੀ ਆ। ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ। ਮੈਂ ਇੱਕ ਡਾਕਟਰ ਦੇ ਬਾਰੇ ਚ ਪੜਿਆ ਸੀ, ਉਹ ਬੀਬੀ ਜੀ ਨੇ, ਤੇ ਮੈਂ ਮਾਫ ਕਰਨਾ ਉਹਨਾਂ ਦਾ ਨਾਂ ਭੁੱਲ ਗਈ, ਪਰ ਉਹਨਾਂ ਦੀ ਜਿਹੜੀ ਸੁਲੱਖਣੀ ਸੋਚ ਹੈ ਹਨਾ, ਸੱਚੀ ਬਹੁਤ ਵਧੀਆ। ਉਹ ਕਹਿੰਦੇ ਕਿ ਜਦੋਂ ਵੀ ਕਿਸੇ ਘਰ ਦੇ ਵਿੱਚ ਬੇਟੀ ਪੈਦਾ ਹੁੰਦੀ ਹੈ ਤਾਂ ਉਹ ਕੋਈ ਪੈਸਾ ਨਹੀਂ ਲੈਂਦੇ, ਵਾਹ ਵਾਹ, ਉਹ ਕੋਲੋਂ ਮਠਿਆਈ ਵੀ ਵੰਡਦੇ ਨੇ ਵੀ ਕਿਸੇ ਘਰ ਦੇ ਵਿੱਚ ਧੀ ਨੇ ਜਨਮ ਲਿਆ। ਤੇ ਹੁਣ ਤੱਕ ਪਤਾ ਨਹੀਂ ਕਿੰਨੀਆਂ ਹੀ ਡਿਲੀਵਰੀਜ਼ ਉਹ ਇਦਾਂ ਹੀ ਕਰ ਚੁੱਕੇ। ਬਹੁਤ ਖੂਬ ਜੀ, ਇਦਾਂ ਦੇ ਡਾਕਟਰਸ ਵੀ ਜ਼ਿੰਦਾਬਾਦ ਰਹਿਣ ਸਾਰੇ ਜੀ। ਬਿਲਕੁਲ। ਸੋ ਬਾਕੀ ਸੱਚੀ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਸਰਕਾਰਾਂ ਨੂੰ ਵੀ ਇਹਨਾਂ ਸਰਕਾਰੀ ਹਸਪਤਾਲਾਂ ਦੇ ਵੱਲ ਨੂੰ, ਚਾਹੇ ਉਹ ਕਿਸੇ ਵੀ ਸੂਬੇ ਦਾ ਸਰਕਾਰੀ ਹਸਪਤਾਲ ਹੈ, ਕਿਸੇ ਵੀ ਸ਼ਹਿਰ ਦਾ ਸਰਕਾਰੀ ਹਸਪਤਾਲ ਹੈ, ਉੱਥੇ ਧਿਆਨ ਉਚੇਚੇ ਤੌਰ ਦੇ ਉੱਪਰ ਦੇਣਾ ਚਾਹੀਦਾ, ਕਿਉਂਕਿ ਹਰ ਇੱਕ ਬੰਦਾ ਨਿੱਜੀ ਹਸਪਤਾਲ ਦੇ ਵਿੱਚ ਜਾ ਕੇ ਇਲਾਜ ਨਹੀਂ ਕਰਵਾ ਸਕਦਾ। ਬਿਲਕੁਲ ਸਹੀ। ਸੋ ਖੈਰ ਆਪਾਂ ਹੁਣ ਚੱਲੀਏ। ਬਿਲਕੁਲ ਜੀ। ਤੇ ਇੱਕ ਮੇਰੀ ਬੇਨਤੀ ਹੈ ਸਾਡੇ ਪਰਿਵਾਰਕ ਜੀਆਂ ਨੂੰ, ਤੁਸੀਂ ਵੱਖ-ਵੱਖ ਪਿੰਡਾਂ ਦੇ ਵਿੱਚ, ਕਸਬਿਆਂ ਦੇ ਵਿੱਚ ਰਹਿਣ ਵਾਲੇ ਜਿਹੜੇ ਪੰਜਾਬ ਦੇ ਖਾਸ ਕਰਕੇ ਵਾਸੀ ਸਾਡੇ ਭੈਣਾਂ ਵੀਰ ਆ, ਤੁਹਾਡੇ ਜਿਹੜੇ ਖੇਤ ਹੜ੍ਹ ਦੀ ਮਾਰ ਦੇ ਵਿੱਚ ਆ ਗਏ ਸੀ, ਗਰਦੌਰੀਆਂ ਕਰਨ ਵਾਲੇ ਅਧਿਕਾਰੀ ਕਰਮਚਾਰੀ ਆਏ ਕਿ ਨਹੀਂ? ਬਿਲਕੁਲ। ਪਟਵਾਰੀ ਕਨਗੋ ਸਾਹਿਬ ਪਹੁੰਚੇ ਕਿ ਨਹੀਂ? ਗਰਦੌਰੀਆਂ ਦੀ ਪ੍ਰਕਿਰਿਆ ਤੋਂ ਸੰਤੁਸ਼ਟ ਹੋ ਕੇ ਨਹੀਂ? ਗਰਦੌਰੀਆਂ ਹੋ ਗਈਆਂ ਕਿ ਨਹੀਂ? ਤੁਹਾਨੂੰ ਫੋਨ ਦੀ ਟੱਲੀ ਖੜਕੀ ਕਿ ਨਹੀਂ ਵੀ ਭਾਈ ਅਸੀਂ ਕਿਹੜੇ ਦਿਨ ਆਵਾਂਗੇ? ਇਹਦੇ ਬਾਰੇ ਸਾਨੂੰ ਟਿੱਪਣੀਆਂ ਦੇ ਰੂਪ ਦੇ ਵਿੱਚ ਵੇਰਵਾ ਜ਼ਰੂਰ ਦਿਓ, ਤਾਂ ਜੋ ਸਾਨੂੰ ਇਸ ਗੱਲ ਦਾ ਪਤਾ ਲੱਗੇ ਵੀ ਭਾਈ ਕਿਵੇਂ ਆ ਹਾਲਾਤ ਜੀ। ਇੱਥੇ ਬੈਠਿਆਂ ਨੂੰ ਇਸ ਗੱਲ ਦੀ ਜਾਣਕਾਰੀ ਹੋਵੇ ਹਾਲਾਤ ਕਿਵੇਂ ਆ। ਆਪਣਾ ਪਿੰਡ, ਆਪਣਾ ਜ਼ਿਲ੍ਹਾ ਤੇ ਤੁਹਾਡੇ ਖੇਤਾਂ ਦੇ ਵੱਲ ਕੋਈ ਪਹੁੰਚਿਆ ਕਿ ਨਹੀਂ ਪਹੁੰਚਿਆ, ਇਹਦੇ ਬਾਰੇ ਜ਼ਰੂਰ ਦੱਸਿਓ। ਬਿਲਕੁਲ ਸਹੀ। ਸਾਨੂੰ ਤੁਹਾਡੀ ਪ੍ਰਤੀਕਿਰਿਆ ਦੀ ਉਡੀਕ ਰਹੇਗੀ। ਬਾਕੀ ਫਿਲਹਾਲ ਦੇ ਲਈ ਦੋਵਾਂ ਦੇ ਇਜਾਜ਼ਤ, ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਲਓ ਜੀ ਹਾਜ਼ਰ ਹੈ
ਜੱਜ ਦਾ ਵਿਚਾਰ।